खालसा वाहिगुरू जी की फतेह। जैसा कैमरा ऑन करे करिए तो। ਸਮਾਂ ਹੋ ਗਿਆ ਰਾਮ ਪ੍ਰਕਾਸ਼ ਜੀ, ਕੈਮਰਾ ਛੱਡੋ ਹਾਂਜੀ ਹੁਣ। ਹਾਂਜੀ ਠੀਕ ਹੈ ਜੀ। ਓਕੇ ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਰਾਗ ਦੇ ਵਿੱਚ ਜਿਹੜੇ ਸ਼ਬਦ ਲੈ ਰਹੇ ਹਾਂ 350 350 ਅੰਗ ਦੇ ਉੱਤੇ 350 ਤੇ ਆਪਾਂ 7ਵਾਂ ਸ਼ਬਦ ਲੈ ਰਹੇ ਹਾਂ ਜੀ, ਪਹਿਲੀ ਪਾਤਸ਼ਾਹੀ ਦਾ। ਆਸਾ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਨਾ, ਧਰੀ ਸਭ ਧਰਤੀ, जल अग्नि का बंद किया। अंधले अंधले दै सिर मूंड कटाया, रावण मार क्या वड़ा बया। क्या उपमा तेरी आखी जाए, तू सर्वे पूर रहा लिव लाए रहा। ਹੁਣ ਦੇਖੋ ਇਹਦੇ ਵਿੱਚ ਉੱਪਰ ਜਿਹੜਾ ਹੈਗਾ ਮਹਾਰਾਜ ਕਹਿ ਰਹੇ ਕਿ ਪੌਣ ਉਪਾਏ ਧਰੀ ਸਭ ਧਰਨਾ, ਧਰਤੀ ਸਾਰੀ ਬਣਾਤੀ ਮਾਲਕ ਨੇ, ਤੇ ਹਵਾ, ਜਲ, ਅੱਗ ਜਿਹੜੀ ਐਨਰਜੀ, ਤੇ ਸਾਰੇ ਬੰਨ ਦਿੱਤੇ, ਇਕੱਠੇ ਕਰਤੇ ਸਾਰੇ ਆਪੋਜ਼ਿਟ ਜਿਹੜੇ ਹੈਗੇ ਇਹਨਾਂ ਦਾ ਜਿਹੜਾ ਹੈਗਾ ਇਹ ਇੱਕ ਦੂਸਰੇ ਤੋਂ ਵਿਰੋਧਾਭਾਸ ਹੈਗਾ ਇਹਨਾਂ ਦੇ ਗੁਣਾਂ ਦਾ। ਅੰਧਲੇ ਦਾ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੜਾ ਪਿਆ। ਹੁਣ ਅੱਗੇ ਤੇ ਰਾਵਣ ਦੀ ਗੱਲ ਕਰ ਰਹੇ ਹੈ ਵੀ ਦੈ ਸਿਰ ਜਿਹੜਾ ਰਾਵਣ ਨੂੰ ਮਾਰ ਕੇ ਉਹਦੀ ਮੁੰਡੀ ਕੱਟ ਕੇ ਤੇ ਕਿਆ ਵੱਡਾ ਪਿਆ, ਕੀ ਵੱਡਾ ਹੋ ਗਿਆ। ਇਹ ਕੀ ਮਤਲਬ, ਦੋਨਾਂ ਦਾ ਮੇਲ ਕੀ ਹੈਗਾ। ਪਹਿਲਾਂ ਉੱਪਰ ਸਾਰੇ ਤੱਤਾਂ ਦੀ ਗੱਲ ਕਰ ਰਹੇ, ਸਾਰੀ ਰਚਨਾ ਦੀ ਗੱਲ ਕਰ ਰਹੇ, ਫਿਰ ਜਿਹੜੇ ਹੈਗੇ ਆ ਕਹਿੰਦੇ ਜਿਹੜੇ ਹੈਗੇ ਆ ਰਾਵਣ ਨੂੰ ਮਾਰ ਕੇ ਕੀ ਵੱਡਾ ਹੋ ਗਿਆ। ਇਹ ਕੀ ਭੇਤ ਹੈਗਾ ਇਹਦੇ ਵਿੱਚ, ਇਹ ਸ਼ਬਦ ਦੇ ਵਿੱਚ। ਇਹ ਕੀ ਦੋਨੋਂ ਦੇ ਲਿੰਕ ਕਿਵੇਂ ਹੈਗੇ ਦੋਨੋਂ ਆਪਸ ਦੇ ਵਿੱਚ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਕਹਿੰਦੇ ਦੁਨੀਆ ਜਿਹੜੀ ਹੈਗੀ ਦੇਖੋ ਇਹ ਰਾਮਲੀਲਾ ਕਰਦੀ ਹੈ। ਰਾਵਣ ਦਾ ਜਿਹੜਾ ਹੈਗਾ ਕਹਿੰਦੇ ਜੀ ਰਾਮ ਨੇ ਰਾਵਣ ਨੂੰ ਮਾਰ ਦਿੱਤਾ। ਬਸ ਉਹੀ ਜਿਹੜੇ ਹੈਗੇ ਇਹੀ ਤਿਉਹਾਰ, ਇਹੀ ਸਾਰਾ ਕੁਛ, ਇਹੀ ਸਾਖੀਆਂ, ਇਹੀ ਸੁਣਾਈ ਜਾਂਦੇ ਆ। ਪਰ ਕਹਿੰਦੇ ਜੇ ਉਹ ਮਾਲਕ ਪਰਮਾਤਮਾ ਜਿਹਨੇ ਇਹ ਹਵਾ, ਪਾਣੀ, ਆਪੋਜ਼ਿਟ ਤੱਤ ਜਿਹੜੇ ਹੈਗੇ, ਧਰਤੀ, ਆਕਾਸ਼, ਅਗਨੀ, ਕਹਿੰਦੇ ਸਾਰੇ ਦੇ ਸਾਰੇ ਆਪੋਜ਼ਿਟ ਤੱਤ ਜਿਹੜੇ ਹੈਗੇ, ਇਹਨਾਂ ਤੋਂ ਪੰਜਾਂ ਤੱਤਾਂ ਤੋਂ ਇੰਨੀ ਵੱਡੀ ਪ੍ਰਕਿਰਤੀ, ਇੰਨੀ ਵੱਡੀ ਸ੍ਰਿਸ਼ਟੀ, ਇੰਨੇ ਵੱਡੇ, ਇੰਨੇ ਜ਼ਿਆਦਾ ਜੀਵ, ਇੰਨੀ ਰਚਨਾ ਕਰ ਦਿੱਤੀ। ਉਹ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਛੱਡ ਕੇ ਇੱਕ ਰਾਵਣ ਦੀ ਗੱਲ ਕਰ ਰਹੇ ਬਸ। ਉਹ ਮਾਲਕ ਪਰਮਾਤਮਾ ਤਾਂ ਇੰਨਾ ਵੱਡਾ ਹੈ ਜਿਹਨੇ ਇੰਨੀ ਵੱਡੀ, ਇੰਨੇ ਤੱਤ ਬਣਾਏ, ਇੰਨੀ ਰਚਨਾ ਕਰ ਦਿੱਤੀ। ਕਹਿੰਦੇ ਉਹ ਤਾਂ ਇੰਨਾ ਵੱਡਾ ਹੈ ਮਾਲਕ ਪਰਮਾਤਮਾ, ਉਹਦੀ ਨਹੀਂ ਭਗਤੀ ਕਰਦੇ। ਔਰ ਇਹ ਜਿਹੜੇ ਹੈਗੇ ਰਾਵਣ ਮਾਰ ਕੇ ਰਾਮ ਚੰਦਰ ਜਿਹੜੇ ਹੈਗੇ ਆ ਜਿਹਨੂੰ ਮਾਲਕ ਨੇ ਪੈਦਾ ਕੀਤਾ ਆ, ਉਹਦੀਆਂ ਸਾਖੀਆਂ ਸੁਣਾਉਂਦੇ। ਮਹਾਰਾਜ ਕਹਿੰਦੇ ਆ ਉਹ ਮਾਲਕ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਜਿਹਨੇ ਉਸ ਰਾਮ ਨੂੰ ਵੀ ਪੈਦਾ ਕੀਤਾ ਆ, ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਰਾਮ ਜਿਹੜਾ ਹੈਗਾ, ਉਹਦੀ ਭਗਤੀ ਕਰੋ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਆਪੋਜ਼ਿਟ ਦੇਖੋ ਕਿਸ ਤਰ੍ਹਾਂ ਜਿਹੜੀ ਹੈਗੀ ਅੱਗ ਔਰ ਪਾਣੀ, ਕਿਸ ਤਰ੍ਹਾਂ ਜਿਹੜੇ ਆਪਸ ਦੇ ਵਿੱਚ ਆਪੋਜ਼ਿਟ ਹੈਗੇ। ਅੱਗ ਦੇ ਉੱਤੇ ਪਾਣੀ ਪਾ ਦਿਓ, ਬੁੱਝ ਜਾਂਦੀ ਆ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਧਲੇ ਦੈ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਾ ਲਿਵ ਲਾਏ। ਮਾਲਕਾ ਤੇਰੀ ਮੈਂ ਕੀ ਉਪਮਾ ਕਰਾਂ, ਕੀ ਤੇਰੀ ਉਪਮਾ ਅਸੀਂ ਕਰ ਸਕਦੇ ਹਾਂ, ਕੀ ਤੇਰੀ ਉਪਮਾ ਆਖੀ ਜਾ ਸਕਦੀ ਹੈ। ਤੂੰ ਤਾਂ ਸਾਰੀ ਸ੍ਰਿਸ਼ਟੀ ਬਣਾ ਕੇ ਉਹਦੇ ਵਿੱਚ ਪੂਰਨ ਰੂਪ 'ਚ ਰਵਿਆ ਹੋਇਆ ਹੈ। ਪੂਰੀ ਰੂਪ ਤੂੰ ਉਹਦੇ ਵਿੱਚ ਧਿਆਨ ਦੇ ਨਾਲ ਉਸ ਦੇ ਵਿੱਚ ਰਵਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ।
ਅੰਧਲੇ ਦੈ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਬੜਾ ਪਿਆ। ਬਹੁਤ ਬਹੁਤ ਦੇਖੋ ਕਿੰਨਾ ਜਿਹੜਾ ਹੈਗਾ, ਕਿੰਨੀ ਸੇਧ ਹੈ, ਕਿੰਨੀ ਮਹਾਰਾਜ ਜਿਹੜੀ ਹੈਗੀ ਆ ਆਪਾਂ ਨੂੰ ਜਿਹੜੇ ਹੈਗੇ ਖੈਰ ਹੈ, ਕਿੰਨਾ ਜਿਹੜਾ ਹੈਗਾ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਛੱਡ ਕੇ ਤੁਸੀਂ ਜਿਹੜਾ ਹੈਗਾ ਰਾਵਣ ਦੀ ਰਾਮ ਦੀ ਜਿਹੜੀ ਹੈਗੀ ਸਾਖੀ ਜਿਹੜੀ ਹੈਗੀ ਉਹੀ ਰਾਮਲੀਲਾ ਉਹੀ ਸਾਰਾ ਕੁਝ ਕਰੀ ਜਾ ਰਹੇ ਹੋ। ਅਤੇ ਉਹ ਮਾਲਕ ਪਰਮਾਤਮਾ ਜਿਹਨੇ ਕਿ ਆ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਬਣਾਈ ਆ, ਸਾਰੀ ਸ੍ਰਿਸ਼ਟੀ ਪੌਣ ਪਾਣੀ ਅਗਨੀ ਸਾਰਾ ਦੇਖੋ 5 ਤੱਤ ਬਣਾ ਦਿੱਤੇ ਮਾਲਕ ਨੇ, ਆਪੋਜ਼ਿਟ ਬਣਾ ਦਿੱਤੇ ਅਤੇ ਉਹਨਾਂ ਨੂੰ ਬੰਨ੍ਹ ਦਿੱਤਾ। ਇਕੱਠੇ ਰਹਿ ਰਹੇ ਆ ਉਹ। ਧਰਤੀ ਦੇਖ ਲਓ, ਧਰਤੀ ਔਰ ਪਾਣੀ ਦੇਖ ਲਓ, ਪਾਣੀ ਦੇ ਵਿੱਚ ਮਿੱਟੀ ਖੁਰ ਜਾਂਦੀ ਹੈ ਔਰ ਫਿਰ ਦੇਖੋ ਇਕੱਠੀ ਹੈਗੀ, ਦੋਨੋਂ ਇਕੱਠੇ ਰਹਿ ਰਹੇ ਹੈ ਕੋਈ ਐਸਾ ਜਿਹੜਾ ਹੈਗਾ ਇੰਨੀ ਪਾਵਰ। पौन उपाय तरी सब धरती, जल अग्नि का बंद किया, अंधले दै सिर मूंड कटाया, रावण मार क्या बड़ा पिया। कि खाली दै सिर ਨੂੰ ਜਿਹੜਾ ਹੈਗਾ ਉਹਦੀ ਮੁੰਡੀ ਕੱਟ ਕੇ ਰਾਮ ਨੇ ਕੱਢ ਦਿੱਤੀ। ਇਹਦੇ ਵਿੱਚ ਆਹ ਸਾਖੀ ਸੁਣਾ ਦਿੱਤੀ। ਇਹਦੇ ਨਾਲ ਜਿਹੜਾ ਹੈਗਾ ਕੀ ਉਹ ਮਾਲਕ ਪਰਮਾਤਮਾ ਦੀ ਵਡਿਆਈ, ਇਹਦੇ 'ਚ ਕਿਹੜੀ ਵਡਿਆਈ ਹੈਗੀ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਹਾ ਲਿਵ ਲਾਏ। ਮਾਲਕਾ ਤੇਰੀ ਕੀ ਉਪਮਾ ਆਖ ਸਕਦੇ ਹਾਂ ਅਸੀਂ। ਤੂੰ ਤਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈਗਾ ਬਣਾ ਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਰਵਿਆ ਹੋਇਆ ਹੈ ਔਰ ਪੂਰੀ ਧਿਆਨ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਨਾਲ ਨੂੰ ਦੇਖ ਰਿਹਾ, ਚਲਾ ਰਿਹਾ। ਰਹਾਓ ਜੀਉ ਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਕਹਿੰਦੇ ਕਾਲੀ ਜਿਹੜੀ ਹੈਗੀ ਆ ਉਹ ਕਾਲੀ ਨੂੰ ਮਾਰ ਕੇ ਕਾਲੀ ਨੂੰ ਨੱਥ ਕੇ ਜਿਹੜਾ ਹੈਗਾ ਕਹਿੰਦੇ ਕੀ ਵੱਡਾ ਹੋ ਗਿਆ, ਕੀ ਵੱਡਾ ਹੋ ਗਿਆ। ਕਹਿੰਦੇ ਸਾਰੇ ਜੀ ਪੈਦਾ ਕਰਕੇ ਉਹਨਾਂ ਦੀ ਜਿਉਣ ਦੀ ਜੁਗਤੀ ਸਾਰੀ ਮਾਲਕ ਦੇ ਹੱਥ ਦੇ ਵਿੱਚ ਹੈਗੀ ਆ। ਕਹਿੰਦੇ ਉਹਨੂੰ ਛੱਡ ਕੇ ਜਿਹੜਾ ਹੈਗਾ ਕਾਲੀ ਨੂੰ ਨੱਥਿਆ ਕਹਿੰਦੇ ਆ, ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਹੈਗਾ ਬਹੁਤ ਵੱਡਾ ਕਰਤਾ। ਸ਼੍ਰੀ ਕ੍ਰਿਸ਼ਨ ਜੀ ਨੇ ਜੀਉ ਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਜਿਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਪੈਦਾ ਕੀਤਾ ਉਹ ਮਾਲਕ ਪਰਮਾਤਮਾ ਨੂੰ ਦੇਖੋ, ਸਾਰੇ ਜੀਵ ਪੈਦਾ ਕੀਤੇ, ਜੁਗਤੀ ਉਹਦੇ ਹੱਥ ਦੇ ਵਿੱਚ ਹੈਗੀ ਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ। ਕਹਿੰਦਾ ਤੂੰ ਕਿਹਦਾ ਖਸਮ ਹੈਗਾ ਮਾਲਕਾ, ਜੋਰੂ ਕੌਣ ਕਹੀਏ। ਕੌਣ ਜੋਰੂ ਹੈਗੀ ਤੇਰੀ। ਸਾਰੀ ਸ੍ਰਿਸ਼ਟੀ ਸਾਰੇ ਜੀਵ ਤਾਂ ਤੇਰੇ ਹੀ ਹੈਗੇ ਆ, ਤੂੰ ਸਾਰਿਆਂ ਦਾ ਮਾਲਕ ਹੈਗਾ ਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰਵ ਰਿਹਾ। ਤੂੰ ਤਾਂ ਸਾਰਿਆਂ ਦੇ ਵਿੱਚ ਲਗਾਤਾਰ ਹਮੇਸ਼ਾ ਵਾਸਤੇ ਹਮੇਸ਼ਾ ਤੋਂ ਨਿਰੰਤਰ ਰਵਿਆ ਹੋਇਆ ਆ। ਨਾਲ ਕੁਟੁੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਬ੍ਰਹਮਾ ਜਿਹਨੂੰ ਕਹਿੰਦੇ ਸ੍ਰਿਸ਼ਟੀ ਪੈਦਾ ਕੀਤੀ ਜਿਹਨੇ, ਕ੍ਰੀਏਟਰ, ਉਹਦਾ ਸਾਥੀ ਕਹਿੰਦੇ ਵਰਦਾਤਾ ਉਹ ਜਿਹੜਾ ਵਿਸ਼ਨੂੰ। ਨਾਲ ਕੁਟੁੰਬ ਨਾਲ ਜਿਹੜਾ ਹੈਗੇ ਉਹ ਕਹਿੰਦੇ ਆ ਪਰਮਾਤਮਾ ਦੀ ਜਿਹੜੀ ਹੈਗੀ ਨਾਭੀ ਤੋਂ ਨਾਲ ਤੋਂ ਜਿਹੜਾ ਪੈਦਾ ਹੋਇਆ ਸੀਗਾ। ਫਿਰ ਨਾਲ ਦੇ ਵਿੱਚ ਲੱਭਣ ਗਿਆ ਮੈਂ ਕਿੱਥੋਂ ਪੈਦਾ ਹੋਇਆ, ਪਤਾ ਨਹੀਂ ਕਿੰਨੇ ਯੁੱਗ ਉਹ ਨਾਲ 'ਚ ਹੀ ਬੈਠਾ ਰਿਹਾ, ਚੱਲਦਾ ਹੀ ਰਿਹਾ। ਪਰਮਾਤਮਾ ਦੀ ਸ੍ਰਿਸ਼ਟੀ ਦਾ ਕਿੱਥੇ ਅੰਤ ਹੈਗਾ। ਨਾਲ ਕੁਟੁੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਸ੍ਰਿਸ਼ਟੀ ਨੂੰ ਪਾਲਣ ਚਲਾ ਗਿਆ, ਸ੍ਰਿਸ਼ਟੀ ਤੋਂ ਸ੍ਰਿਸ਼ਟੀ ਤੱਕ ਪਹੁੰਚਣਾ। ਆ ਗਏ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਪਿਆ। ਕਹਿੰਦੇ ਉਹਦਾ ਤਾਂ ਅੰਤ ਹੀ ਨਹੀਂ ਪਾਇਆ ਕਿਸੇ ਨੇ, ਮਾਲਕ ਦਾ ਅੰਤ ਥੋੜ੍ਹੀ ਨਾ ਪਾ ਸਕਿਆ। ਔਰ ਕਹਿੰਦੇ ਕੰਸ ਨੂੰ ਮਾਰ ਦਿੱਤਾ ਸ਼੍ਰੀ ਕ੍ਰਿਸ਼ਨ ਨੇ, ਅਤੇ ਬੜਾ ਜਿਹੜਾ ਹੈਗਾ ਕਹਿੰਦੇ ਆ ਵੱਡਾ ਕੰਮ। ਇਹਨਾਂ ਕੀ ਵਡਿਆਈ ਹੈ। ਕਹਿੰਦੇ ਉਹ ਮਾਲਕ ਪਰਮਾਤਮਾ ਤਾਂ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਦਾ ਮਾਲਕ ਆ। ਰਤਨ ਉਪਾਏ ਤਰੇ ਖੀਰ ਮਥਿਆ। ਖੀਰ ਕਹਿੰਦੇ ਆ ਸਮੁੰਦਰ ਨੂੰ ਕਹਿੰਦੇ ਦੇਵਤਿਆਂ ਨੇ ਜਿਹੜਾ ਹੈਗਾ ਉਹ ਪਹਾੜ ਜਿਹੜਾ ਲਿਆ ਕੇ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਰਿੜਕਤਾ ਸੀਗਾ, ਉਹਦੇ 'ਚੋਂ 14 ਰਤਨ ਕੱਢੇ ਸੀਗੇ। ਹੋਰ ਪਖਲਾਏ ਜੇ ਅਸੀਂ ਕਿਹਾ, ਫਿਰ ਉਹਦੇ 'ਚ ਲੜਾਈ ਹੋ ਗਈ ਦੋਨਾਂ ਦੀ। ਕਹਿੰਦੇ ਅਸੀਂ ਕੱਢਿਆ ਦੇਵਤੇ ਤੇ ਰਾਖਸ਼ਸ। ਕਹੈ ਨਾਨਕ ਛਪੇ ਕਿਉਂ ਛਪਿਆ, ਇੱਕ ਹੀ ਵੰਡ ਦਿਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਹੁੰਦੇ ਹੋਏ ਵੀ ਛੁਪਿਆ ਹੋਇਆ ਆ।
ਕਹਿੰਦੇ ਉਹ ਕਿਵੇਂ ਛੁਪਿਆ ਰਹਿ ਸਕਦਾ? ਉਹਦੀ ਤਾਂ ਕ੍ਰੀਏਸ਼ਨ ਦਿਸ ਰਹੀ ਹੈ ਸਾਰੀ ਦੀ ਸਾਰੀ, ਇੱਕ ਹੀ ਵੰਡਦੀ ਆ। ਕਹਿੰਦੇ ਖਾਲੀ ਜਿਹੜਾ ਹੈਗਾ ਉਹ ਰਤਨ ਵੰਡ ਦਿੱਤੇ ਜੀ ਬਸ। ਇਸ ਕਰਕੇ ਸ਼ਬਦ ਜਿਹੜਾ ਹੈਗਾ ਆਪਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਦੇ ਵਾਸਤੇ, ਉਹ ਮਾਲਕ ਪਰਮਾਤਮਾ ਜਿਹੜਾ ਕ੍ਰੀਏਟਰ ਹੈਗਾ ਉਹਦੀ ਭਗਤੀ ਕਰਨ ਵਾਸਤੇ ਆਪਾਂ ਨੂੰ ਪ੍ਰੇਰਿਤ ਕਰਦਾ ਹੈ। ਸ਼ਬਦ ਦਾ ਜਿਹੜਾ ਸਾਰ ਆ ਹੈਗਾ, ਆਸਾ ਮਹੱਲਾ ਪਹਿਲਾ, ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਆਪਾਂ ਦੇਖੋ ਕਾਹਦੇ ਵਾਸਤੇ ਆਏ ਹਾਂ ਦੁਨੀਆ ਦੇ ਵਿੱਚ। ਕਰਤੂਤ ਕਹਿੰਦੇ ਕੰਮ, ਕਹਿੰਦੇ ਇੱਕ ਜਿਹੜੇ ਹੈਗੇ ਆਪਾਂ ਬੇਲ ਲਾਉਣ ਦੇ ਵਾਸਤੇ ਆਏ ਹਾਂ। ਬੇਲ ਲਾਉਣੀ ਹੈ ਆਪਾਂ ਨੇ, ਇਹ ਕਰਮ ਕਰਨਾ ਹੈ, ਇਹ ਕਰਤੂਤ ਕਰਨੀ ਹੈ। ਬੇਲ ਲਾਉਣੀ ਹੈ ਤੇ ਬੇਲ ਵਿਸਥਾਰ ਹੋ ਜਾਣਾ, ਬੇਲ ਨੂੰ ਪਾਣੀ ਦੇਣਾ ਹੈ, ਬੇਲ ਨੂੰ ਬਸ। ਤੇ ਉਹ ਬੇਲ ਜਿਹੜੀ ਹੈਗੀ ਉਹਨੂੰ ਕੀ ਹੋਏਗਾ, ਉਹ ਦਰਖਤ, ਉਹ ਬੇਲ ਜਿਹੜੀ ਹੈਗੀ ਆ, ਉਹ ਪੌਦੇ ਜਿਹੜੇ ਹੈਗੇ ਉਹਨੂੰ ਕੀ ਹੋ ਜਾਏਗਾ, ਰਾਮ ਨਾਮ ਦਾ ਫਲ ਲੱਗ ਜਾਏਗਾ ਉਹਨੂੰ। ਰਾਮ ਦੇ ਨਾਮ ਦੀ ਬੇਲ ਲਾਉਣੀ ਆ ਆਪਾਂ ਨੇ, ਇਸ ਕੰਮ ਵਾਸਤੇ ਆਏ। ਆਹ ਕਰਤੂਤ ਆ ਆਪਣੀ, ਮਾਲਕ ਵੱਲੋਂ ਆਹ ਕੰਮ ਨਿਰਧਾਰਿਤ ਕੀਤਾ ਹੈ ਇਨਸਾਨ ਨੂੰ। ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਜੇ ਆਪਾਂ ਬੀਜਾਂਗੇ, ਆਹ ਜਿਹੜੇ ਪੌਦੇ ਲਾਵਾਂਗੇ ਤੇ ਉਹਦੇ ਨਾਲ ਵਿਸਤਾਰ ਹੋ ਜਾਏਗਾ, ਬੇਲ ਫੈਲ ਜਾਏਗੀ ਔਰ ਉਹਨੂੰ ਪਰਮੇਸ਼ਰ ਦੇ ਨਾਮ ਦੇ ਅੰਮ੍ਰਿਤ ਦੇ ਫਲ ਲੱਗ ਜਾਣਗੇ। ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਕਹਿੰਦੇ ਉਹ ਸ਼ਬਦ, ਅਨਾਹਤ ਸ਼ਬਦ ਤੇਰੇ ਅੰਦਰ ਚੱਲ ਪੂਗਾ। ਉਸ ਨਿਰੰਜਨ ਨੇ, ਉਸ ਮਾਲਕ ਪਰਮਾਤਮਾ ਨੇ ਆ ਪ੍ਰੋਵੀਜ਼ਨ ਕੀਤਾ ਹੋਇਆ ਹੈ। ਜਦ ਤੈਨੂੰ ਅੰਮ੍ਰਿਤ ਦਾ ਫਲ ਮਿਲੇਗਾ ਤੇ ਤੇਰੇ ਅੰਦਰ ਸ਼ਬਦ ਚੱਲੇਗਾ, ਅਨਹਦ ਸ਼ਬਦ ਚੱਲੇਗਾ, ਵੱਜੇਗਾ ਤੇਰੇ ਅੰਦਰ। ਔਰ ਉਸ ਮਾਲਕ ਦਾ ਜਿਸ ਦਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈਗੁਣ ਤੇ ਪ੍ਰਭ ਭਿੰਨ। ਇਹਦੇ ਵਾਸਤੇ ਕੀ ਕਰਨਾ ਪਊਗਾ ਮਹਾਰਾਜ ਜੀ? ਕਰੇ ਵਖਿਆਣ ਜਾਣੇ ਜੇ ਕੋਈ। ਕਹਿੰਦੇ ਗੁਰੂ ਕੋਲੋਂ ਲੈ ਇਹਦੇ ਵਾਸਤੇ ਨੁਕਤਾ, ਵਖਿਆਣ ਕਰਨਾ ਪਊਗਾ, ਧਿਆਨ ਸਿਮਰਨ ਕਰਨਾ ਪਊਗਾ, ਸੁਰਤ ਸ਼ਬਦ ਦੀ ਖੇਡ ਕਰਨੀ ਪਊਗੀ, ਨਾਮ ਅਭਿਆਸ ਕਰਨਾ ਪਊਗਾ। ਕਰੇ ਵਖਿਆਣ ਜਾਣੇ ਜੇ ਕੋਈ, ਜੇ ਜਾਣ ਲਏਗਾ, ਜੇ ਗੁਰੂ ਕੋਲੋਂ ਆ ਚੀਜ਼, ਆ ਨੁਕਤਾ ਲੈ ਲੇਗਾ, ਆ ਗਿਆਨ ਲੈ ਲੇਗਾ। ਕਰੇ ਵਖਿਆਣ ਜਾਣੇ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਓ। ਉਹ ਅੰਮ੍ਰਿਤ ਪੀ ਲਏਗਾ ਭਾਈ, ਉਹਨੂੰ ਉਹ ਫਲ ਮਿਲ ਜਾਏਗਾ, ਅੰਮ੍ਰਿਤ ਵਾਲਾ ਫਲ। ਬਿਲਕੁਲ ਦੇਖੋ ਕਿੰਨਾ ਕਲੀਅਰ ਰਸਤਾ ਦਿੱਤਾ ਹੋਇਆ, ਕਿੰਨਾ ਕਲੀਅਰ ਰਸਤਾ ਦਿੱਤਾ ਹੋਇਆ। ਆਪਾਂ ਇਹ ਕੰਮ ਕਰਦੇ ਹੀ ਨਹੀਂ ਆ, ਬੀਜਦੇ ਹੀ ਨਹੀਂ ਆ। ਨਾਮ ਰੂਪੀ ਜਿਹੜਾ ਹੈਗਾ, ਨਾਮ ਰੂਪੀ ਬੇਲ ਲਾਉਂਦੇ ਹੀ ਨਹੀਂ ਆਪਾਂ। ਫਿਰ ਇੱਕ ਵਾਰੀ ਲਈਏ, ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਨਿਰੰਜਨ ਨੇ ਆਹ ਪ੍ਰੋਵੀਜ਼ਨ ਕੀਤਾ ਹੋਇਆ ਆ ਭਾਈ, ਜਿਹਦਾ ਰੂਪ ਰੇਖ ਰੰਗ ਨਹੀਂ ਹੈਗਾ ਮਾਲਕ ਪਰਮਾਤਮਾ ਦਾ, ਉਹਨੇ ਉਹ ਅਨਹਦ ਸ਼ਬਦ ਦਾ ਪ੍ਰੋਵੀਜ਼ਨ ਕੀਤਾ ਹੋਇਆ ਹੈ। ਪਰ ਆਪਾਂ ਜਿਹੜੇ ਹੈਗੇ ਬੇਲ ਹੀ ਨਹੀਂ ਲਾਉਂਦੇ। ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਕਰੇ ਵਖਿਆਣ ਜਾਣੇ ਜੇ ਕੋਈ। ਕਹਿੰਦੇ ਬਸ ਜਿਹਨੇ ਜਾਣ ਲਿਆ, ਗੁਰੂ ਕੋਲੋਂ ਟੈਕਨੀਕ ਲੈ ਲਈ, ਉਹ ਵਖਿਆਣ ਕਰੇਗਾ। ਉਹ ਜਿਹੜਾ ਹੈਗਾ ਧਿਆਨ ਸਿਮਰਨ ਕਰੇਗਾ, ਲਾਏਗਾ ਬੇਲ, ਦੇਗਾ ਪਾਣੀ ਰੋਜ਼। ਕਰੇ ਵਖਿਆਣ ਜਾਣੇ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਓ। ਉਹ ਅੰਮ੍ਰਿਤ ਪੀਏਗਾ ਭਾਈ, ਉਹ ਹੀ ਪੀਏਗਾ, ਸੋਈ ਰਹਾਓ। ਬਾਕੀ ਜਿਹੜੇ ਹੈ ਆਉਣਗੇ ਮਨੁੱਖੀ ਜੀਵਨ ਲੈ ਕੇ, ਔਰ ਮਨੁੱਖੀ ਜੀਵਨ ਗਵਾ ਕੇ ਤੁਰਦੇ ਬਣਨਗੇ। ਜਿਨੇ ਪਿਆਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ। ਆਹਾ, ਕਹਿੰਦੇ ਜਿਨ੍ਹਾਂ ਨੇ ਉਹ ਅੰਮ੍ਰਿਤ ਦੀ ਬੂੰਦ, ਅੰਮ੍ਰਿਤ ਦਾ ਰਸ, ਉਹ ਨਾਮ ਅੰਮ੍ਰਿਤ ਪੀਤਾ ਆ, ਕਹਿੰਦੇ ਉਹ ਤਾਂ ਮਸਤ ਹੋ ਗਏ। ਕਹਿੰਦੇ ਉਹਨਾਂ ਦੇ ਮਾਇਆ ਦੇ ਬੰਧਨ ਟੁੱਟ ਗਏ, ਮੁਕਤ ਹੋ ਗਏ। ਉਹ ਇਨਸਾਨ ਦੇ ਜਾਮੇ ਦੇ ਵਿੱਚ ਹਾਲੇ ਰਹਿੰਦੇ ਹੋਏ ਵੀ ਮੁਕਤ ਹੈਗੇ ਆ। ਜਿਨੇ ਪਿਆਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ। ਜੋਤੀ ਜੋਤ ਸਮਾਣੀ ਭੀਤਰ
ਤਾਂ ਛੋੜੇ ਮਾਇਆ ਕੇ ਲਾਹੇ। ਉਹ ਮਾਲਕ ਪਰਮਾਤਮਾ ਦੀ ਜੋਤ ਅੰਦਰ ਪ੍ਰਗਟ ਹੋ ਗਈ, ਸਮਾ ਗਈ ਜੋਤ ਦੇ ਵਿੱਚ, ਜੋਤ ਸਮਾ ਗਈ। ਸੁਰਤ ਜਿਹੜੀ ਹੈ ਲੀਨ ਹੋ ਗਈ ਆਤਮਾ ਦੇ ਵਿੱਚ। ਜੋਤੀ ਜੋਤ ਸਮਾਣੀ ਭੀਤਰੇ ਤਾਂ ਛੋੜੇ ਮਾਇਆ ਕੇ ਲਾਹੇ। ਇਸ ਤਰ੍ਹਾਂ ਫਿਰ ਮਾਇਆ ਦੀ ਪਕੜ ਢਿੱਲੀ ਹੁੰਦੀ ਹੈ। ਇਹ ਮਾਇਆ ਦੇ ਲਾਹੇ ਜਿਹੜੇ ਹੈਗੇ, ਐਕਚੁਅਲ ਜਿਹੜਾ ਹੈਗਾ ਘਾਟੇ ਤਾਂ ਦੂਰ ਹੁੰਦੇ ਆ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਕਹਿੰਦੇ ਸਾਰਿਆਂ ਦੇ ਵਿੱਚ, ਹਰ ਜਗ੍ਹਾ ਤੇ ਤੇਰੀ ਜੋਤ ਹੈਗੀ, ਤੇਰਾ ਰੂਪ ਹੈਗਾ। ਸਗਲ ਭਵਨ ਤੇਰੀ ਮਾਇਆ, ਧਰਤ ਪਤਾਲ ਆਕਾਸ਼ ਦੇ ਵਿੱਚ ਤੇਰੀ ਮਾਇਆ ਹੈ। ਕਿਹਨੇ ਦੇਖਿਆ? ਜਿਨ੍ਹਾਂ ਨੇ ਆ ਜਿਹੜਾ ਹੈਗਾ ਭਗਤੀ ਕੀਤੀ, ਜਿਨ੍ਹਾਂ ਨੇ ਅੰਮ੍ਰਿਤ ਦਾ ਰਸ ਪੀ ਲਿਆ, ਜਿਨ ਪੀਆ ਸੇ ਮਸਤ ਪਏ ਆ, ਉਹਨਾਂ ਨੇ ਸਰਬ ਜੋਤ ਰੂਪ ਤੇਰਾ ਦੇਖਿਆ। ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਦੀ ਜੋਤ, ਉਹਦਾ ਰੂਪ ਦਿਸਦਾ ਹੈ ਉਹਨਾਂ ਨੂੰ। ਸਗਲ ਭਵਨ ਤੇਰੀ ਮਾਇਆ, ਇਹ ਬ੍ਰਹਮ, ਇਹ ਜਿਹੜਾ ਹੈਗਾ ਸੰਸਾਰ, ਇਹ ਜਿਹੜਾ ਹੈਗਾ ਉਹਨਾਂ ਨੂੰ ਪਰਮਾਤਮਾ ਦਾ ਰੂਪ ਦਿਸਦਾ ਹੈ। ਹਰ ਜਗ੍ਹਾ ਤੇ ਮਾਲਕ ਪਰਮਾਤਮਾ ਉਹਦੀ ਰਚਨਾ ਹੈਗੀ ਸਾਰੀ ਦੀ ਸਾਰੀ। ਰਾਰੇ ਰੂਪ ਨਿਰਾਲਮ ਬੈਠਾ, ਆ ਸਾਰੇ ਸੰਸਾਰ ਨੂੰ ਰਚਣ ਵਾਲਾ ਉਹ ਮਾਲਕ ਪਰਮਾਤਮਾ, ਜਿਹੜਾ ਸਾਰਾ ਸੰਸਾਰ ਜਿਹੜਾ ਹੈਗਾ ਉਹਨੂੰ ਬਣਾਉਣ ਵਾਲਾ ਨਿਰਾਲਮ ਹੈਗਾ। ਕਹਿੰਦੇ ਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਕਹਿੰਦੇ ਉਹ ਮਾਲਕ ਪਰਮਾਤਮਾ ਇਸ ਤਰੀਕੇ ਦੇ ਨਾਲ ਮੇਰ ਕਰ ਦਿੰਦਾ ਹੈ, ਛਾਇਆ ਦੇ ਵਿੱਚ ਹੀ, ਮਾਇਆ ਦੇ ਵਿੱਚ ਹੀ ਜਿਹੜਾ ਹੈਗਾ, ਜਿਹੜਾ ਧਿਆਨ ਸਿਮਰਨ ਕਰਦਾ ਹੈ, ਜਿਹੜਾ ਮੰਗਦਾ ਹੈ, ਕਹਿੰਦੇ ਉਹ ਉਸ 'ਤੇ ਮਿਹਰ ਕਰ ਦਿੰਦਾ ਹੈ ਮਾਲਕ ਪਰਮਾਤਮਾ। ਫਿਰ ਕੀ ਹੁੰਦਾ ਹੈ? ਵੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨੇ ਰੂਪ ਅਪਾਰਾ। ਕਹਿੰਦੇ ਉਹਦੇ ਅੰਦਰ ਅਨਹਦ ਸ਼ਬਦ ਵੱਜਣ ਲੱਗ ਪੈਂਦਾ, ਉਹ ਵੀਣਾ ਵੱਜਣ ਲੱਗ ਪੈਂਦੀ ਹੈ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਉਹਦੇ ਅੰਦਰ ਜਿਹੜੀ ਹੈਗੀ ਆ, ਜਿਹੜਾ ਧਿਆਨ ਸਿਮਰਨ ਕਰਦਾ ਹੈ, ਜਿਹੜੇ ਆਪਣਾ ਵਿਚਾਰ ਬੰਦ ਕਰਦਾ ਹੈ, ਦਰਸ਼ਨੇ ਰੂਪ ਅਪਾਰਾ, ਉਹ ਪਰਮਾਤਮਾ ਦੇ ਦਰਸ਼ਨ ਦੇ ਵਿੱਚ ਜਿਹੜਾ ਹੈਗਾ, ਉਸ ਅਪਾਰ ਮਾਲਕ ਪਰਮਾਤਮਾ ਦੇ ਦਰਸ਼ਨਾਂ ਦੇ ਵਿੱਚ ਮਸਤ ਹੋ ਜਾਂਦਾ ਹੈ। ਉਹਦੇ ਅੰਦਰ ਆ ਵੀਣਾ ਵੱਜਣ ਲੱਗ ਪੈਂਦੀ ਹੈ। ਵੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨੇ ਰੂਪ ਅਪਾਰਾ, ਉਹ ਜੋਗੀ ਹੈ ਪਰਮਾਤਮਾ ਦੇ ਨਾਲ ਜੋੜ ਕਰਨ ਵਾਲਾ। ਸ਼ਬਦੇ ਅਨਾਹਦ ਸੋ ਸ਼ਹੁ ਰਾਤਾ, ਨਾਨਕ ਕਹੇ ਵਿਚਾਰਾ। ਕਹਿੰਦੇ ਉਹ ਅਨੰਤ ਸ਼ਬਦ ਦੇ ਦੁਆਰਾ ਉਸ ਮਾਲਕ ਪਰਮਾਤਮਾ ਦੇ, ਉਸ ਖਸਮ ਦੇ ਵਿੱਚ ਰਤਿਆ ਗਿਆ। ਨਾਨਕ ਕਹੇ ਵਿਚਾਰਾ। ਮਹਾਰਾਜ ਕਹਿੰਦੇ ਆ ਭਾਈ, ਆਹ ਵਿਚਾਰ ਦੱਸ ਦਿੱਤੀ, ਆਹ ਯੁਕਤੀ ਦੱਸ ਦਿੱਤੀ ਹੈ ਭਾਈ, ਜਿਹਨੇ ਲੈਣੀ ਹੈ ਉਹਨੇ ਲੈ ਲੈਣੀ ਹੈ। ਸ਼ਬਦੇ ਅਨਾਹਦ ਸੋ ਸ਼ਹੁ ਰਾਤਾ, ਨਾਨਕ ਕਹੇ ਵਿਚਾਰਾ। ਕਹਿੰਦੇ ਆ ਬ੍ਰਹਮ ਵਿਚਾਰ ਦੱਸ ਦਿੱਤੀ ਹੈ, ਕਹਿ ਦਿੱਤੀ ਹੈ। ਨਾਨਕ ਕੱਕੇ ਨੂੰ ਔਂਕੜ ਲੱਗੀ ਹੋਈ ਹੈ, ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਸ਼ਬਦੇ ਅਨਾਹਦ ਸੋ ਸ਼ਹੁ ਰਾਤਾ। ਬਸ ਜਿਹਨੇ ਲੈ ਲਿਆ ਸ਼ਬਦ, ਉਸ ਅਨੰਤ ਸ਼ਬਦ ਦੇ ਵਿੱਚ ਉਹ ਮਾਲਕ ਪਰਮਾਤਮਾ ਦੇ ਕਸਮ ਦੇ ਵਿੱਚ ਰਤ ਜਾਏਗਾ। ਅਗਲਾ ਸ਼ਬਦ ਆ ਗਿਆ ਜੀ, ਮਹੱਲਾ ਆਸਾ ਮਹੱਲਾ ਪਹਿਲਾ। ਮੈਂ ਗੁਣ ਗੱਲਾਂ ਕੇ ਸਿਰ ਭਾਰ। ਕਹਿੰਦੇ ਮੇਰੇ ਕੋਲ ਤਾਂ ਮਾਲਕਾ ਗੱਲਾਂ ਹੀ ਗੱਲਾਂ ਆ, ਬਸ ਮੇਰੇ ਗੁਣ ਕੀ ਹੈਗੇ? ਮੇਰੇ ਕੋਲ ਤਾਂ ਗੱਲਾਂ ਦੇ ਗੁਣ ਹੈਗੇ, ਬਸ ਗੱਲੀ ਬਾਤੀ ਸਾਰਾ ਕੁਛ ਕਰ ਸਕਦੇ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਬਸ ਗੱਲਾਂ ਹੀ ਗੱਲਾਂ ਹੈਗੀਆਂ ਮੇਰੇ ਕੋਲ ਤਾਂ, ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਹੀ ਗੱਲਾਂ ਆ। ਬਸ ਮੇਰੇ ਕੋਲ ਵਿਚਾਰ ਹੀ ਵਿਚਾਰ ਹੈਗੇ ਆ, ਬਸ ਇਹੀ ਸਿਰਜੀ ਜਾ ਰਹੇ, ਇਹੀ ਪੈਦਾ ਹੋਏ ਜਾ ਰਹੇ ਮੇਰੇ ਅੰਦਰ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਕਹਿੰਦੇ ਜੇ ਕੋਈ ਤੇਰੇ ਅੰਦਰ ਜਿਹੜੀ ਵਿਚਾਰ ਹੈਗੀ, ਗੱਲ ਹੈਗੀ, ਤੇ ਉਹ ਸਿਰਜਣਹਾਰ ਦੀ ਗੱਲ ਕਰਤਾ, ਉਹਦੀ ਸਿਰਜਣਹਾਰ ਦੀ ਸੋਚ। ਤੂੰ ਤਾਂ ਆਪਣੇ ਮਨ ਦੀ ਹੈ, ਜਿਹੜਾ ਮਨ ਹੀ ਤੇਰਾ ਜਿਹੜਾ ਹੈਗਾ ਆਪਣੀ ਬਣਾਈ ਜਾ ਰਿਹਾ, ਪੈਦਾ ਕਰੀ ਜਾ ਰਿਹਾ ਹੈ ਔਰ ਢਾਈ ਜਾ ਰਿਹਾ ਹੈ। ਆਹ ਕਾਹਦੀ ਗੱਲ ਹੈਗੀ ਭਾਈ? ਆਹ ਕਾਹਦੀ ਗੱਲ ਹੈਗੀ ਆ? ਮੈਂ ਗੁਣ ਗੱਲਾਂ ਕੇ ਸਿਰ ਭਾਰ, ਆਹੀ ਭਾਰ ਆ ਭਾਈ, ਦੇਖ ਲਓ ਵਿਚਾਰਾਂ ਦਾ ਭਾਰ ਆ ਆਪਣੇ ਕੋਲ। ਗੱਲੀ ਗੱਲਾਂ ਸਿਰਜਣਹਾਰ। ਕਹਿੰਦੇ ਉਸ ਮਾਲਕ ਪਰਮਾਤਮਾ ਦੀ, ਸਿਰਜਣਹਾਰ ਦੀ ਜਿਹੜੀ ਹੈਗੀ, ਉਹਦੀ ਵਿਚਾਰ ਕਰ, ਉਹਦੀ ਵਿਚਾਰ ਲੈ, ਬ੍ਰਹਮ ਵਿਚਾਰ ਲੈ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੇ ਨਾ ਆਵੇਂ ਯਾਦ।
ਕਹਿੰਦੇ ਮਾਲਕਾ ਖਾਣਾ ਪੀਣਾ ਤੇ ਹੱਸਣਾ ਖੇਡਣਾ ਦੁਨੀਆ ਦੇ ਪਦਾਰਥ ਰਸ ਕਸ ਭੋਗਣੇ ਕਹਿੰਦੇ ਇਹ ਤਾਂ ਬਾਅਦ ਆ, ਕਹਿੰਦੇ ਵੇਸਟ ਆ ਕਹਿੰਦੇ ਪਰਪਸ ਕੀ ਹੈਗਾ ਇਹਨਾਂ ਦਾ, ਪਰਪਸ ਕੀ ਹੈਗਾ, ਫਰੂਟ ਕੀ ਹੈਗਾ, ਪੱਲੇ ਕੀ ਹੈਗਾ ਜਿਹੜਾ ਲੈ ਕੇ ਜਾਣਾ ਆ। ਜਬ ਲਗ ਹਿਰਦੇ ਨਾ ਆਵੇਂ ਯਾਦ, ਹਿਰਦੇ 'ਚ ਹੈ ਹੀ ਨਹੀਂ ਪਰਮਾਤਮਾ ਦੀ ਯਾਦ। ਤੇ ਕਹਿੰਦੇ ਇਹ ਖਾਣਾ ਪੀਣਾ ਹੱਸਣਾ ਕਹਿੰਦੇ ਸਵਾਸ ਜਿਹੜਾ ਜੀਵਨ ਜਿਹੜਾ ਹੈਗਾ ਮਨੁੱਖੀ ਸਰੀਰ ਜਿਹੜਾ ਹੈਗਾ ਵੇਸਟ ਪਿਓਰਲੀ ਵੇਸਟ ਆ ਕਹਿੰਦੇ। ਬਾਦ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇਂ ਯਾਦ, ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਕਿਛ ਲੀਜੈ ਰਹਾਓ। ਕਹਿੰਦੇ ਉਹਨੂੰ ਕਾਹਦੀ ਪਰਵਾਹ ਹੈਗੀ ਆ, ਤਉ ਪਰਵਾਹ ਕੇ ਹੀ ਕਿਆ ਕੀਜੈ, ਉਹਨੂੰ ਥੋੜੀ ਨਾ ਜਿਹੜਾ ਹੈਗਾ ਉਹ ਬਈ ਜਿਹੜਾ ਹੈਗਾ ਮੇਰਾ ਜਨਮ ਬੇਕਾਰ ਜਾ ਰਿਹਾ ਆ, ਉਹਨੂੰ ਕਾਹਦੀ ਪਰਵਾਹ ਆ, ਤਾਂ ਬੇਪਰਵਾਹ ਹੋ ਗਿਆ ਭਾਈ। ਕੌਣ ਜਨਮੇ ਕਿਛ ਲੀਜੈ, ਕਹਿੰਦੇ ਜਨਮਾਂ ਤੋਂ ਜਿਹੜਾ ਕੁਛ ਲੈਣ ਵਾਲੀ ਚੀਜ਼ ਜਿਹੜੀ ਹੈਗੀ ਜਿਹਦੇ ਵਾਸਤੇ ਜਿਹੜਾ ਮਨੁੱਖੀ ਸਰੀਰ ਮਿਲਿਆ, ਜਿਹੜਾ ਉਹ ਚੀਜ਼ ਲੈਂਦਾ ਆ, ਜਿਹੜਾ ਧਿਆਨ ਸਿਮਰਨ ਕਰਦਾ ਆ, ਜਿਹੜਾ ਬੰਦਗੀ ਕਰਦਾ ਆ, ਕਹਿੰਦੇ ਉਹਨੂੰ ਕਾਹਦੀ ਪਰਵਾਹ ਹੈ ਕਿਸੇ ਚੀਜ਼ ਦੀ ਪਾਏ। ਤਉ ਪਰਵਾਹ ਕੇ ਹੀ ਕਿਆ ਕੀਜੇ, ਬਈ ਕੀ ਕਰਨਾ ਆ, ਕਾਹਦੇ ਵਾਸਤੇ ਆਏ, ਕਹਿੰਦੇ ਉਹ ਤਾਂ ਕਰ ਰਿਹਾ ਹੈ। ਜਨਮੇ ਕਿਛ ਲੀਜੀ ਮਤਲਬ ਜਿਹੜੀ ਲੈਣ ਵਾਲੀ ਚੀਜ਼ ਹੈਗੀ ਆ। ਆਪਾਂ ਤਾਂ ਲੈਣ ਵਾਲੀ ਚੀਜ਼ ਹੈ ਹੀ ਨਹੀਂ, ਗੱਲਾਂ ਕੇ ਸਿਰ ਭਾਰ, ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇਂ ਯਾਦ, ਹੈ ਹੀ ਨਹੀਂ ਯਾਦ। ਰਹਾਓ ਮਨ ਕੀ ਮਤਾ ਗਲ ਮਤਾ, ਬਸ ਕਹਿੰਦੇ ਮਨ ਦੀ ਮਤ ਆ, ਮਨ ਮਤ ਹੈਗੀ ਆ। ਮਨ ਮਤ ਦਾ ਐਸਾ ਨਸ਼ਾ ਚੜਿਆ ਰਹਿੰਦਾ ਹੈ। ਮਤਾ ਗਲ ਜਿਵੇਂ ਜਿਹੜਾ ਹੈਗਾ ਮੈਗਲ ਜਿਹੜਾ ਹੈਗਾ ਮਸਤ ਹੋ ਜਾਂਦਾ ਹੈ। ਮੈਗਲ ਹਾਥੀ ਨੂੰ ਸ਼ਰਾਬ ਪੜਾਤੀ, ਹਾਥੀ ਜਿਹੜਾ ਮਸਤ ਹੋ ਗਿਆ, ਮੱਤਿਆ ਗਿਆ। ਇਸ ਤਰ੍ਹਾਂ ਇਨਸਾਨ ਜਿਹੜਾ ਹੈਗਾ ਇਹ ਮਨ ਦੀ ਮੱਤ ਦੇ ਨਾਲ ਮੱਤਿਆ ਰਹਿੰਦਾ ਹੈ। ਜੋ ਮਨ ਕਹਿੰਦਾ ਹੈ ਉਹੀ ਕਰੀ ਜਾਂਦਾ ਹੈ। ਮਨ ਕੀ ਮਤਾ ਗਲ ਮਤਾ, ਜੋ ਕਿਛ ਬੋਲੀਏ ਸਭ ਖਤੋ ਖਤਾ, ਕਹਿੰਦੇ ਜੋ ਕੁਛ ਵੀ ਬੋਲਦਾ ਹੈ ਬਸ ਇਹਨੇ ਮਾਇਆ ਦੀਆਂ ਗੱਲਾਂ ਕਰਨੀਆਂ ਸਾਰੀਆਂ ਦੀਆਂ ਸਾਰੀਆਂ, ਆਪਣੀ ਵਡਿਆਈ ਕਰਨੀ ਹੈ। ਮੈਂ ਫਲਾਨਾ, ਮੈਂ ਇਸ ਤਰ੍ਹਾਂ, ਮੇਰੇ ਕੋਲ ਆਇਆ, ਮੇਰਾ ਹੈ, ਆਪਣੀ ਸ਼ੋਕਾਸ, ਆਪਣਾ ਸ਼ੋ ਕਰੂਗਾ ਸਾਰਾ ਕੁਛ। ਕਹਿੰਦੇ ਸਾਰਾ ਜੋ ਕੁਛ ਵੀ ਬੋਲਦਾ ਸਾਰਾ ਖਤਾ ਹੀ ਬੋਲਦਾ। ਖਤਾ ਕਹਿੰਦੇ ਆ ਗੁਨਾਹ, ਗਲਤੀ। ਜੋ ਕੁਛ ਬੋਲੀਏ ਸਭ ਖਤੋ ਖਤਾ, ਕਿਆ ਮੂਲ ਹੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਕਹਿੰਦੇ ਕੀ ਮੂੰਹ ਦੇ ਨਾਲ ਅਰਦਾਸ ਕਰੀਏ, ਕਹਿੰਦੇ ਮਾਲਕਾ ਮੇਰੇ ਕੋਲ ਤਾਂ ਸਿਰਫ ਜਿਹੜੇ ਹੈਗੇ ਪਾਪ ਤੇ ਪੁੰਨ ਹੈਗੇ, ਪੁੰਨ ਵੀ ਬਹੁਤ ਥੋੜੇ ਜਿਹੇ ਹੈਗੇ, ਬਸ ਆਹੀ ਦੋ ਮੇਰੇ ਕੋਲ ਜਿਹੜੇ ਹੈਗੇ ਸਾਖੀਆਂ ਹੈਗੀਆਂ, ਪਾਪ ਔਰ ਪੁੰਨ, ਆਹੀ ਲੇਖਾ ਜੋਖਾ ਹੀ ਹੈਗਾ ਮੇਰੇ ਕੋਲ ਤਾਂ ਬਸ। ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ, ਜੈਸਾ ਤੂੰ ਕਰੇ ਤੈਸਾ ਕੋ ਹੋਏ। ਮਾਲਕਾ ਜਿਹੇ ਜਿਹਾ ਤੂੰ ਕਰਦਾ ਹੈ ਉਹੇ ਜਿਹਾ ਕੋਈ ਹੋ ਜਾਂਦਾ ਹੈ। ਔਰ ਮਾਲਕ ਕਹਿੰਦਾ ਹੈ ਭਾਈ ਜੇ ਜੀ ਤੂੰ ਡਿਮਾਂਡ ਕਰਦਾ ਹੈ ਉਹੇ ਜਿਹਾ ਮੈਂ ਕਰ ਦੇਣਾ ਤੈਨੂੰ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ, ਤੇਰੇ ਤੋਂ ਬਗੈਰ ਕੋਈ ਦੂਸਰਾ ਨਹੀਂ ਹੈਗਾ। ਬਿਲਕੁਲ ਕਰਨਾ ਮਾਲਕ ਪਰਮਾਤਮਾ ਨੇ, ਪਰ ਡਿਮਾਂਡ ਜਿਹੜੀ ਹੈ ਆਪਾਂ ਨੇ ਕਰਨੀ ਹੈ। ਚੁਆਇਸ ਆਪਣੀ ਹੈਗੀ ਆ, ਆਪਣੇ ਕੋਲ ਆਪਾਂ ਬੈਠੇ ਹਾਂ, ਆਪਣੇ ਕੋਲ ਚੁਆਇਸ ਹੈ। ਆਪਾਂ ਜਿਹੜੇ ਹੈਗੇ ਕੋਈ ਮਾੜਾ ਕਰਮ ਵੀ ਕਰ ਸਕਦੇ ਹਾਂ ਔਰ ਚੰਗਾ ਕਰਮ ਵੀ ਕਰ ਸਕਦੇ ਹਾਂ। ਚੁਆਇਸ ਆਪਣੀ, ਆਪਣੇ ਰੋਕਿਆ ਥੋੜੀ ਨਾ ਕਿਸੇ ਨੇ। ਕੁਛ ਵੀ ਖਰੀਦ ਸਕਦੇ ਹਾਂ ਆਪਾਂ, ਬਾਜ਼ਾਰ ਬਾਹਰ ਜਾਂਦੇ ਹਾਂ, ਕੋਈ ਚੀਜ਼, ਕੋਈ ਜਿਹੜੀ ਮਰਜ਼ੀ ਚੀਜ਼, ਆਪਾਂ ਸਾਰੀਆਂ ਚੀਜ਼ਾਂ ਥੋੜ੍ਹਾ ਨਾ ਲੈਂਦੇ ਹਾਂ, ਕਈ ਚੀਜ਼ਾਂ ਜਿਹੜੀਆਂ ਛੱਡ ਦਿੰਦੇ ਹਾਂ। ਚੁਆਇਸ ਹੈ ਆਪਣੇ ਕੋਲ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ, ਜਿਹੀ ਤੂੰ ਮਤ ਦੇ ਤੇਹੀ ਕੋ ਪਾਵੈ। ਜਿਹੀ ਜੀ ਮਤ ਦਿਨਾ ਹੈ ਤੂੰ ਉਹੀ ਜੀ ਪਾ ਲੈਂਦਾ। ਮਾਲਕ ਤਾਂ ਕਹਿੰਦਾ ਮੈਂ ਤਾਂ ਗੁਰਮਤ, ਤੈਨੂੰ ਗੁਰੂ ਦੀ ਮਤ ਵੀ ਹੈਗੀ ਤੇ ਮਨ ਮਤ ਤੇਰੇ ਕੋਲ ਆਲਰੇਡੀ ਭਰਪੂਰ ਹੈਗੀ ਆ। ਜਿਹੀ ਤੂੰ ਮਤ ਦੇ, ਤੂੰ ਡਿਮਾਂਡ ਤਾਂ ਕਰ ਬਈ ਤੈਨੂੰ ਕਿਹੜੀ ਮਤ ਚਾਹੀਦੀ ਆ। ਜਿਹੀ ਤੂੰ ਮਤ ਦੇ ਤੇਹੀ ਕੋ ਪਾਵੈ, ਤੁਧੇ ਆਪੇ ਪਾਵੈ ਤਿਵੇਂ ਚਲਾਵੈ। ਮਾਲਕ ਦੀ ਆ ਖੇਡ ਆ ਪਾਏ, ਔਰ ਇਹ ਖੇਡ ਮਾਲਕ ਚਲਾ ਰਿਹਾ। ਉਹਨੇ ਗੋਟੀ ਚੱਲ ਦੇਣੀ ਹੈ ਮਾਲਕ ਨੇ। ਗੋਟੀ ਦੀ ਡਿਮਾਂਡ ਹੈ, ਕੀ ਚਾਹੁੰਦੀ ਹੈ ਗੋਟੀ, ਕਿੱਧਰ ਨੂੰ ਤੁਰਨਾ ਚਾਹੁੰਦੀ ਹੈ। ਜਿਹੀ ਤੂੰ ਮਤ ਦੇ ਤੇਹੀ ਕੋ ਪਾਵੈ, ਤੁਧੇ ਆਪੇ ਪਾਵੈ ਤਿਵੇਂ ਚਲਾਵੈ। ਰਾਗ ਰਤਨ ਪਰੀਆਂ ਪਰਵਾਰ,
ਤਿਸ ਵਿੱਚ ਉਪਜੇ ਅੰਮ੍ਰਿਤ ਸਾਰ। ਹੁਣ ਦੇਖ ਲਓ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਚੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਬਸ ਜਿਹੜਾ ਅੰਦਰੋਂ ਜਿਹੜਾ ਹੈਗਾ ਸੁਰਤ ਮਤ ਮਨ ਬੁੱਧ ਜਿਹੜੀ ਹੈਗੀ ਆ, ਇਹ ਸ਼ਬਦ ਦੇ ਨਾਲ ਨਾਮ ਅਭਿਆਸ ਧਿਆਨ ਸਿਮਰਨ ਦੇ ਵਿੱਚ ਲੱਗ ਜਾਏਗੀ। ਆਹ ਪਰਿਵਾਰ ਰਾਗ ਰਤਨ ਪਰਿਵਾਰ ਭਰੀਆਂ, ਆਹ ਪਰਿਵਾਰ ਪਾਈ ਰਾਗ ਰਤਨ ਭਰੀਆਂ ਪਰਿਵਾਰ, ਤਿਸ ਵਿੱਚ ਉਪਜੇ ਅੰਮ੍ਰਿਤ ਸਾਰ। ਉਹਦੇ ਵਿੱਚ ਅੰਮ੍ਰਿਤ ਪੈਦਾ ਹੋਣਾ ਹੈ, ਸਾਰ ਵਸਤੂ ਤਤ ਵਸਤੂ ਪੈਦਾ ਹੋ ਜਾਏਗੀ। ਨਾਨਕ ਕਰਤੇ ਕਾ ਇਹ ਧਨ ਮਾਲ, ਇਹ ਕਰਤੇ ਦਾ ਹੈਗਾ, ਮਾਲਕ ਦੀ ਪ੍ਰਾਪਰਟੀ ਹੈ, ਮਾਲਕ ਦਾ ਧਨ ਹੈਗਾ, ਮਾਲ ਹੈਗਾ ਮਾਲਕ ਦਾ। ਜੇ ਕੋ ਬੂਝੇ ਇਹੋ ਵਿਚਾਰ, ਕਹਿੰਦੇ ਇਹਨੂੰ ਮਾਲਕ, ਇਹਨੂੰ ਬਾਣੀ ਇਹਨੂੰ ਕਹਿੰਦੀ ਆਹ ਧਨ ਆ ਭਾਈ, ਆਹ ਹੈ ਧਨ, ਆਹ ਮਾਲ ਹੈਗਾ। ਤੂੰ ਤਾਂ ਫੋਕ ਦੇ ਉੱਤੇ ਡਿੱਗ ਰਿਹਾ, ਤੂੰ ਤਾਂ ਸਵਾਹ ਦੇ ਉੱਤੇ ਇਕੱਠੀ ਕਰ ਰਿਹਾ ਸਵਾਹ। ਰਾਗ ਰਤਨ ਭਰੀਆਂ ਪਰਿਵਾਰ, ਤਿਸ ਵਿੱਚ ਉਪਜੇ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਬਸ ਕੋਈ ਟਾਵਾਂ ਹੈ ਜਿਹੜਾ ਇਹ ਵਿਚਾਰ ਜਿਹੜੀ ਹੈ ਮਹਾਰਾਜ ਫਿਰ ਕਹਿ ਰਿਹਾ, ਦੇਖੋ ਵਾਰ-ਵਾਰ ਪਿਛਲੇ ਸ਼ਬਦ 'ਚ ਵੀ ਕਿਹਾ, ਹੁਣ ਵੀ ਕਹਿ ਰਿਹਾ ਕਿ ਆਹ ਵਿਚਾਰ ਪਾਈ ਦੇ ਦਿੱਤੀ ਹੈ, ਅੱਗੇ ਬੁੱਝਣੀ ਹੈ ਨਹੀਂ ਬੁੱਝਣੀ ਹੈ ਤੇਰੀ ਚੁਆਇਸ ਹੈਗੀ। ਕਿਹੜਾ ਮਾਲ ਲੈਣਾ ਹੈ ਤੂੰ ਜਾਣ, ਮੈਂ ਤਾਂ ਉਹੀ ਦੇ ਦੂੰਗਾ ਤੈਨੂੰ। ਔਰ ਜੀਵਨ ਦੇ ਸਫ਼ਰ ਦੇ ਉੱਤੇ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਤਾਂ ਜੋ ਆਪਾਂ ਨੇ ਜੋ ਆਪਣੇ ਬਟੂਏ 'ਚ ਹੈਗਾ ਉਹ ਤਾਂ ਆਟੋਮੈਟਿਕਲੀ ਮਿਲੀ ਜਾਣਾ ਹੈ ਆਪਾਂ ਨੂੰ, ਉਹਦੇ ਵਿੱਚ ਤਾਂ ਕੋਈ ਉਹ ਹੀ ਨਹੀਂ ਹੈਗੀ। ਬਾਕੀ ਅੱਗੇ ਚੁਆਇਸ ਹੈਗੀ ਆਪਣੀ। ਆਸਾ ਮਹੱਲਾ ਪਹਿਲਾ। ਕਰ ਕਿਰਪਾ ਆਪਣੇ ਘਰੇ ਆਇਆ, ਤਾਂ ਮਿਲ ਸਕੀਆਂ ਕਾਜ ਰਚਾਇਆ। ਖੇਲ ਦੇਖ ਮਨੇ ਆਨੰਦ ਪਾਇਆ, ਸ਼ੌ ਵਿਆਹਣ ਆਇਆ। ਆਹ ਦੇਖ ਲਓ, ਇਸ ਤਰ੍ਹਾਂ ਮਾਲਕ ਪਰਮਾਤਮਾ ਪ੍ਰਗਟ ਹੁੰਦਾ ਹੈ। ਕਰ ਕਿਰਪਾ ਕਰਤੀ ਮਾਲਕ ਪਰਮਾਤਮਾ ਨੇ, ਆਪਣੇ ਘਰੇ ਆਇਆ, ਤਾਂ ਮਿਲ ਸਕੀਆਂ ਕਾਜ ਰਚਾਇਆ। ਮਾਲਕ ਨੇ ਕਿਰਪਾ ਕਰ ਦਿੱਤੀ, ਆਪਣੇ ਘਰੇ ਆਇਆ, ਮਾਲਕ ਤਾਂ ਆਇਆ, ਮਾਲਕ ਤਾਂ ਪ੍ਰਗਟ ਹੋ ਗਿਆ। ਸ਼ੌ ਵਿਆਹਣ ਆਇਆ। ਪਰ ਜਿਹੜਾ ਹੈਗਾ ਇੱਥੇ ਜਿਹੜਾ ਸੁਰਤ ਆਪਣੀ ਜਿਹੜੀ ਹੈਗੀ ਆ, ਇਨਸਾਨ ਜਿਹੜਾ ਹੈ ਬਾਹਰ ਜਾ ਰਿਹਾ ਹੈ, ਬਾਹਰ ਜਾਂਦਾ ਹੋਇਆ ਜਿਹੜਾ ਆਪਣੇ ਅੰਦਰ ਜਿਹੜੀ ਹੈ ਪ੍ਰਾਣ ਸ਼ਕਤੀ ਜਿਹੜੀ ਹੈਗੀ ਦਸਮ ਦੁਆਰ ਵੱਲ ਨੂੰ ਗਈ, ਆਪਣੇ ਵਿਚਾਰ ਬੰਦ ਕੀਤੇ, ਉਹ ਆਪਣੇ ਘਰ ਦੇ ਵਿੱਚ ਆਇਆ ਭਾਈ। ਕਰ ਕਿਰਪਾ ਆਪਣੇ ਘਰੇ ਆਇਆ। ਭਗਤੀ ਕਰਨ ਵਾਲਾ ਜੀਵ ਇਨਸਾਨ ਟਿਕ ਗਿਆ, ਜਦ ਉਹਦੇ ਸੁਰਤ ਟਿਕ ਗਈ ਉਹਦੀ, ਕਰ ਕਿਰਪਾ ਆਪਣੇ ਘਰੇ ਆਇਆ, ਤਾਂ ਮਿਲ ਸਕੀਆਂ ਕਾਜ ਰਚਾਇਆ। ਤਾਂ ਉਹਦੀਆਂ ਜਿਹੜੀਆਂ ਹੈਗੀਆਂ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਮਿਲ ਕੇ ਸਾਰਿਆਂ ਨੇ ਉਹ ਕਾਜ ਰਚਾ ਲਿਆ। ਵਿਆਹ ਦਾ ਰਚਾ ਉਹ ਕਰ ਲਿਆ ਸੰਜੋਗ। ਖੇਲ ਦੇਖ ਮਨੇ ਆਨੰਦ ਪਿਆ। ਆਹ ਦੇਖ ਕੇ ਅੰਦਰ ਜਿਹੜਾ ਹੈਗਾ ਉਹਦੇ ਅਨਹਦ ਸ਼ਬਦ ਚੱਲਣ ਲੱਗ ਪਏ, ਅੰਦਰ ਜਿਹੜੇ ਹੈਗੇ ਉਹਦੇ ਮੀਲ ਪੱਥਰ ਦਿਖਣੇ ਲੱਗ ਪਏ ਯਾਤਰਾ ਦੇ ਨਾਲ, ਅੰਦਰ ਦੀ ਯਾਤਰਾ ਦੇ ਨਾਲ। ਖੇਲ ਦੇਖ ਮਨੇ ਆਨੰਦ ਪਿਆ, ਸ਼ੌ ਵਿਆਹਣ ਆਇਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਅੰਦਰ ਲੱਗਿਆ, ਵੀ ਇਹ ਕੀ ਹੋ ਰਿਹਾ ਮੇਰੇ ਅੰਦਰ ਭਾਈ। ਉਹ ਮਾਲਕ ਪਰਮਾਤਮਾ ਵਿਆਹਣ ਆ ਗਿਆ। ਗਾਵੋ ਕਾਮਣੀ ਵਿਵੇਕ ਵਿਚਾਰ। ਹੈ ਮੇਰੀ ਗਿਆਨ ਇੰਦਰੀਓ ਕਰਮ ਇੰਦਰੀਓ, ਮਸਤੀ ਦੇ ਨਾਲ ਹੁਣ ਮਾਲਕ ਦੀ ਭਗਤੀ ਕਰੋ। ਔਰ ਜਿਹੜੀ ਹੈਗੀ ਗੁਰੂ ਦੀ ਮੱਤ ਨੂੰ ਵਿਵੇਕ ਦੇ ਨਾਲ ਵਿਚਾਰੋ। ਵਿਵੇਕ ਵਿਚਾਰ, ਗੁਰੂ ਦੀ ਮੱਤ, ਵਿਵੇਕ ਆ ਗਿਆ ਹੁਣ। ਗਾਵੋ ਕਾਮਣੀ ਵਿਵੇਕ ਵਿਚਾਰ ਦੇ ਨਾਲ ਭਗਤੀ ਧਿਆਨ ਸਿਮਰਨ ਕਰੋ। ਜਿਹੜੀ ਚੀਜ਼ ਲੈਣ ਵਾਲੀ ਉਹ ਲਓ, ਜਿਹੜੀ ਚੀਜ਼ ਰਿਜੈਕਟ ਕਰਨ ਵਾਲੀ ਰਿਜੈਕਟ ਕਰੋ। ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰੇ ਆਇਆ ਜਗ ਜੀਵਨ ਪਤਾਰ ਰਹਾਓ। ਕਹਿੰਦੇ ਬਸ ਹੁਣ ਤਾਂ ਉਹ ਮਾਲਕ ਪਰਮਾਤਮਾ ਜਿਹੜਾ ਮੇਰਾ ਪਤੀ ਜਿਹੜਾ ਹੈਗਾ, ਸਾਰੇ ਸੰਸਾਰ ਦਾ ਜੀਵਨ ਉਹ ਮੇਰਾ ਪਤੀ ਮੇਰੇ ਘਰ 'ਚ ਆ ਗਿਆ। ਰਹਾਓ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਜਾਂ ਸ਼ੌ ਮਿਲਿਆ ਤਾਂ ਜਾਣਿਆ।
ਕਹਿੰਦੇ ਕਿਵੇਂ ਹੋ ਗਿਆ ਸਾਰਾ ਕੁਝ? ਕਹਿੰਦੇ ਗੁਰੂ ਦੇ ਦੁਆਰਾ ਹੋਇਆ, ਗੁਰੂ ਦੇ ਦੁਆਰਾ ਹੋਇਆ। ਵਿਆਹ ਜਿਹੜਾ ਹੋਇਆ, ਮਾਲਕ ਪਰਮਾਤਮਾ ਜਿਹੜਾ ਪ੍ਰਗਟ ਹੋਇਆ, ਸ਼ੌ ਨੂੰ ਜਿਹੜਾ ਜਾਣਿਆ, ਇਹ ਗੁਰੂ ਦੇ ਦੁਆਰਾ ਹੋਇਆ। ਇਹ ਗੁਰੂ ਨੇ ਮਿਹਰ ਕੀਤੀ ਹੈ, ਗੁਰੂ ਨੇ ਗਿਆਨ ਦਿੱਤਾ ਹੈ, ਗੁਰੂ ਨੇ ਸਹੀ ਡਾਇਰੈਕਸ਼ਨ ਦਿੱਤੀ ਹੈ। ਗੁਰੂ ਦੁਆਰੇ ਹਮਰਾ ਵਿਆਹ ਹੋਆ, ਵਿਆਹ ਜੇ ਹੋਆ, ਜਾਂ ਸ਼ੌ ਮਿਲਿਆ ਤਾਂ ਜਾਣਿਆ। ਤਿਹੁ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਕਹਿੰਦੇ ਧਰਤ ਪਤਾਲ ਆਕਾਸ਼ ਦੇ ਲੋਕਾਂ ਦੇ ਵਿੱਚ ਸ਼ਬਦ ਰਵਿਆ ਹੋਇਆ ਹੈ। ਤਿਹ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਜਦ ਆਪਣੀ ਹਉਮੈ ਗਈ ਤਾਂ ਮਨ ਮੰਨਿਆ ਪਾਏ, ਤਾਂ ਉਹਨੂੰ ਜਿਹੜਾ ਹੈਗਾ ਉਹ ਧਰਤ ਪਤਾਲ ਆਕਾਸ਼ ਤਿੰਨ ਲੋਕਾਂ ਦੇ ਵਿੱਚ ਜਿਹੜਾ ਸ਼ਬਦ ਰਵਿਆ ਹੋਇਆ ਹੈ, ਕਹਿੰਦੇ ਉਹ ਤਾਂ ਜਿਹੜਾ ਹੈਗਾ ਮਨ ਮੰਨਿਆ ਉਹਦੇ ਵਿੱਚ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਕਹਿੰਦੇ ਦੇਖ ਲਾ ਮਿੱਤਰਾ, ਮਨੁੱਖੀ ਜੂਨ ਲੱਭੀ ਹੋਈ ਹੈ ਤੈਨੂੰ, ਇਹ ਕੰਮ ਤੇਰਾ ਹੈਗਾ, ਤੂੰ ਆਪ ਕਰਨਾ ਹੈ। ਤੇਰਾ ਕੰਮ ਹੈਗਾ, ਤੂੰ ਆਪ ਕਰਨਾ ਹੈ। ਮਾਲਕ ਨੇ ਸਹਾਇਤਾ ਕਰਨੀ ਹੈ ਤੇ ਗਿਆਨ ਜਿਹੜਾ ਹੈਗਾ ਗੁਰੂ ਨੇ ਦੇਣਾ ਹੈ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਹੋਰ ਕੋਈ ਰਿੰਗ ਦੇ ਵਿੱਚ ਨਹੀਂ ਲੜ ਸਕਦਾ ਤੇਰੇ ਬਦਲੇ, ਤੈਨੂੰ ਤੇਰੇ ਮੋਢੇ ਤੇ ਹੱਥ ਰੱਖ ਕੇ ਤੈਨੂੰ ਬਾਂਹ ਫੜ ਕੇ ਨਹੀਂ ਲਿਜਾ ਸਕਦਾ ਕੋਈ। ਆਪਣਾ ਕਾਰਜ, ਤੇਰਾ ਆਪਣਾ ਕੰਮ ਹੈ। ਇਸੇ ਵਾਸਤੇ ਮਾਲਕ ਨੇ ਸ੍ਰਿਸ਼ਟੀ ਬਣਾਈ ਹੋਈ ਹੈ ਸਾਰੀ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ, ਦਇਆ ਧਰਮ ਹੈ, ਗੁਰਮੁਖ ਬੂਝੇ ਕੋਈ। ਕਹਿੰਦੇ ਭਾਈ ਇਹ ਕਾਰਜ ਤੇਰਾ ਆਪਣਾ ਹੈਗਾ, ਔਰ ਇਸ ਕਾਰਜ ਦੇ ਨਾਲ ਤੇਰੇ ਅੰਦਰ ਭਲੇ ਗੁਣ ਆ ਜਾਣੇ ਆ। ਸਤ ਸੰਤੋਖ, ਦਇਆ ਧਰਮ ਧੀਰਜ, ਇਹ ਗੁਣ ਤੇਰੇ ਅੰਦਰ ਪ੍ਰਗਟ ਹੋ ਜਾਣੇ ਆ। ਜਿਤ ਕਾਰਜ, ਇਸ ਕਾਰਜ ਦੇ ਨਾਲ, ਇਹ ਤੇਰਾ ਆਪਣਾ ਕੰਮ ਹੈਗਾ, ਤੂੰ ਕਰਨਾ ਹੈਗਾ। ਇਹ ਗੁਰਮੁਖੇ ਬੂਝੇ ਕੋਈ, ਗੁਰੂ ਕੋਲੋਂ ਕੋਈ ਟਾਵਾਂ ਜਿਹੜਾ ਹੈਗਾ ਇਹ ਕੰਮ ਬੁੱਝਦਾ ਹੈ। ਬਾਕੀ ਤਾਂ ਬੁੱਝਦੇ ਹੀ ਨਹੀਂ, ਆਪਾਂ ਤਾਂ ਬੁੱਝਦੇ ਹੀ ਨਹੀਂ ਹੈਗੇ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੇ ਕੋਈ। ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ। ਮਹਾਰਾਜ ਬੇਨਤੀ ਕਰ ਰਿਹਾ ਕਿ ਮਾਲਕਾ ਤੂੰ ਤਾਂ ਸਾਰਿਆਂ ਦਾ ਪਿਆਰਾ ਹੈਗਾ, ਤੇਰੇ ਵਾਸਤੇ ਤਾਂ ਸਾਰੇ ਇੱਕ ਬਰੋਬਰ ਹੈਗੇ। ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਈ। ਜਿਸ ਦੇ ਉੱਤੇ ਕਿਰਪਾ ਕਰ ਦੇਣਾ ਉਹ ਸੁਹਾਗਣ ਹੋ ਜਾਂਦੀ ਹੈ। ਔਰ ਕਿਰਪਾ ਕਿਸ ਤੇ ਕਰ ਦੇਣਾ? ਜਿਹੜਾ ਸੁਹਾਗਣ ਹੋਣਾ ਚਾਹੁੰਦੀ ਹੈ, ਜਿਹੜੀ ਨਦਰ ਦਾ ਪਾਤਰ ਬਣਦਾ ਹੈ, ਉਸ ਤੇ ਤੂੰ ਨਦਰ ਕਰ ਦੇਣਾ ਹੈ। ਮਾਲਕ ਨੇ ਥੋੜੀ ਨਾ ਕਿਤੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਪਿਕ ਐਂਡ ਚੂਜ਼ ਵਾਲਾ ਰੂਲ ਰੱਖਿਆ ਹੋਇਆ ਹੈ। ਆਸਾ ਮਹੱਲਾ ਪਹਿਲਾ। ਗ੍ਰਹਿ ਬਨ ਸੰਸਰੇ ਸਹਿਜ ਸੁਭਾਏ, ਦੁਰਮਤ ਗਤ ਪਈ ਕੀਰਤ ਠਾਏ। ਦੇਖੋ ਜਿਨ੍ਹਾਂ ਨੇ ਸ਼ੁਰੂ ਕਰਤੀ ਧਿਆਨ ਸਿਮਰਨ ਭਗਤੀ ਪ੍ਰੇਮਾ ਭਗਤੀ ਸ਼ੁਰੂ ਕਰ ਦਿੱਤੀ, ਉਹਨਾਂ ਦੇ ਵਾਸਤੇ ਕਹਿੰਦੇ ਘਰ ਤੇ ਬਨ ਇੱਕ ਬਰੋਬਰ ਹੈ। ਸਹਿਜ ਸੁਭਾਏ ਹੈ, ਸਹਿਜ ਸੁਭਾਏ। ਜਿੱਥੇ ਵੀ ਹੈਗੇ ਮਾਲਕ ਦੀ ਬੰਦਗੀ ਉਹਨਾਂ ਨੇ ਕਰਨੀ, ਜਿੱਥੇ ਵੀ ਹੈਗੇ ਉੱਥੇ ਮਾਲਕ ਦੀ ਬੰਦਗੀ ਉਹਨਾਂ ਨੇ ਕਰਨੀ ਹੈ। ਗ੍ਰਹਿ ਬਨ ਸੰਸਰੇ ਸਹਿਜ ਸੁਭਾਏ, ਸਹਿਜ ਸੁਭਾਏ ਭਗਤੀ ਕਰਨੀ ਹੈ ਪ੍ਰੇਮ ਦੇ ਨਾਲ, ਸੁਭਾਏ ਪ੍ਰੇਮ ਦੇ ਨਾਲ। ਦੁਰਮਤ ਗਤ ਪਈ ਕੀਰਤ ਠਾਏ। ਕਹਿੰਦੇ ਦੁਰਮਤ ਜਿਹੜੀ ਹੈ ਭੈੜੀ ਮਤ ਦੂਰ ਹੋ ਜਾਂਦੀ ਹੈ ਇਹਦੇ ਨਾਲ। ਆਇਆ ਕੀਰਤੀ ਰਹਿ ਜਾਂਦੀ ਹੈ ਮਾਲਕ ਦੀ ਭਗਤੀ ਉਸ ਜਗ੍ਹਾ ਤੇ। ਦੁਰਮਤ ਗਤ ਪਈ ਕੀਰਤ ਠਾਏ। ਸੱਚ ਪੌੜੀ ਸਾਚੋ ਮੁਖ ਨਾਉ। ਆਇਆ ਸੱਚ ਦੀ ਪੌੜੀ ਪਾਈ, ਪਰਮੇਸ਼ਰ ਦੇ ਨੇੜੇ ਲਿਜਾਣ ਵਾਲੀ ਪੌੜੀ ਹੈ ਕਿ ਸਾਚੋ ਮੁਖ ਨਾਉ। ਮੁਖ ਦੇ ਵਿੱਚ ਸੱਚਾ ਨਾਮ ਪਰਮੇਸ਼ਰ ਦਾ ਧਿਆਨ ਸਿਮਰਨ ਪ੍ਰੇਮ ਭਗਤੀ ਬੰਦਗੀ। ਸਤਿਗੁਰ ਸੇਵ ਪਾਏ ਨਿਜ ਥਾਉ। ਆਇਆ ਸਤਿਗੁਰੂ ਦੀ ਸੇਵਾ, ਸਤਿਗੁਰੂ ਦੀ ਸੇਵਾ, ਸਤਿਗੁਰੂ ਦੇ ਅਨੁਸਾਰ ਸੇਵਾ ਕਰਨ ਦੇ ਨਾਲ ਆ ਜਿਹੜਾ ਹੈਗਾ ਨਿਜ ਆਪਣੇ ਅੰਦਰ ਹੀ ਆ ਟਿਕਾਣਾ ਲੱਭ ਜਾਂਦਾ ਹੈ ਭਾਈ। ਅਸਲੀ ਜਿਹੜਾ ਹੈਗਾ ਚੌਥਾ ਪਦ। ਮਨ ਚੂਰੇ ਖਟ ਦਰਸ਼ਨ ਜਾਣ। ਬਸ ਕਹਿੰਦੇ ਮਨ ਚੂਰ ਗਿਆ ਨਾ ਤੇਰਾ, ਮਨ ਦਰਵਿਤ ਹੋ ਗਿਆ। ਬਸ ਮਨ ਜਿਹੜਾ ਹੈ ਪਤੰਦਰ ਮੰਨ ਗਿਆ। ਕਹਿੰਦੇ ਬਸ 6 ਦਰਸ਼ਨ ਸਾਰੇ ਦਰਸ਼ਨ ਸ਼ਾਸਤਰ ਤੂੰ ਹੋ ਗਿਆ, ਗਿਆਤਾ ਹੋ ਗਿਆ ਸਾਰੇ ਦਰਸ਼ਨ ਸ਼ਾਸਤਰਾਂ ਦਾ। ਮਨ ਚੂਰੇ ਖਟ ਕਹਿੰਦੇ 6 ਮਨ ਚੂਰੇ ਖਟ ਦਰਸ਼ਨ ਜਾਣ। ਸਰਬ ਜੋਤ ਪੂਰਨ ਭਗਵਾਨ। ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਜੋਤ ਹੈ, ਪੂਰਨ ਪਰਮਾਤਮਾ ਦੀ।
ਜਿਹਦਾ ਮਨ ਜਿਹੜਾ ਚੂਰ ਗਿਆ, ਮਨ ਜਿਹੜਾ ਹੈਗਾ ਜਿਹਦਾ ਦਰਵਿਤ ਹੋ ਗਿਆ, ਮਨ ਮੰਨ ਗਿਆ ਭਗਤੀ ਦੇ ਵਾਸਤੇ। ਰਹਾਓ ਅਧਿਕ ਇਤਿਹਾਸ ਭੇਖ ਬਹੁ ਕਰੈ, ਦੁੱਖ ਵਿਖਿਆ ਸੁਖ ਤਨੇ ਪਰ ਹਰੈ। ਬਾਕੀ ਜਿਹੜਾ ਭੇਖ ਕਰਦਾ ਹੈ, ਖਾਲੀ ਭੇਖ ਕਰਦਾ ਹੈ ਭਾਈ, ਉਹਦੇ ਅੰਦਰ ਤਾਂ ਕਹਿੰਦੇ ਆ ਭੇਖ ਦੇ ਨਾਲ ਵੀ ਅੰਦਰ ਮਾਇਆ ਦੀ ਖਿੱਚ ਹੈ, ਬਾਹਰੋਂ ਭੇਖ ਕਰ ਰਿਹਾ ਆ। ਛੋੜੋ ਮਹਾਰਾਜ ਤਾਂ ਕਹਿੰਦੇ ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾ ਹੀ ਜਿਓ, ਉਹਨੂੰ ਨਹੀਂ ਇਹ ਫਲ ਮਿਲਣਾ ਪਾਏ, ਉਹਦੇ ਤੇ ਪਿਆਸ ਪੈਦਾ ਹੋਏਗੀ। ਅਧਿਕ ਇਤਿਹਾਸ ਮਾਇਆ ਦੇ ਨਾਲ ਪਿਆਸ ਬੁਝਦੀ ਨਹੀਂ ਹੈ। ਅਧਿਕ ਇਤਿਹਾਸ ਭੇਖ ਬਹੁ ਕਰੈ, ਦੁੱਖ ਵਿਖਿਆ ਸੁਖ ਤਨੇ ਪਰ ਹਰੈ। ਉਹਦੇ ਅੰਦਰ ਤਾਂ ਵਿਸ਼ੇ ਵਿਕਾਰ ਆ, ਬਹਿ ਇਹ ਜਿਹੜੀ ਹੈਗੀ ਦੁੱਖ ਹੈਗੇ ਆ, ਮਾਇਆ ਜੇਵੜ ਦੁੱਖ ਨਾ ਕੋਈ, ਸੁਖ ਤਨ ਪਰ ਹਰੈ। ਉਹਨੇ ਸੁਖ ਤਾਂ ਛੱਡ ਪਰੇ ਕਰਤਾ ਆਪਣੇ ਸਰੀਰ ਤੋਂ। ਕਾਮ ਕ੍ਰੋਧ ਅੰਤਰ ਤਨ ਹਿਰੈ, ਔਰ ਕਾਮ ਕ੍ਰੋਧ ਲੋ ਮੋਹੰਕਾਰ ਇਹਨਾਂ ਨੇ ਸਵਾਸਾਂ ਦਾ ਤਨ ਜਿਹੜਾ ਹੈਗਾ ਚੁਰਾਈ ਜਾਣਾ ਹੈ, ਇਹ ਚੋਰ ਹੈਗੇ ਆ। ਕਾਮ ਕ੍ਰੋਧ ਅੰਤਰ ਤਨ ਹਿਰੈ, ਕਿਉਂਕਿ ਹਨੇਰਾ ਹੈਗਾ ਅੰਦਰ, ਨਹੀਂ ਪਤਾ ਲੱਗਦਾ। ਦੁਬਦਾ ਛੋੜ ਨਾਮ ਹੈ ਨਿਸਤਰ ਹੈ, ਦੁਬਦਾ ਨੂੰ ਛੱਡਣਾ ਪਊਗਾ ਭਾਈ, ਇੱਕ ਜਗ੍ਹਾ ਪਰਮੇਸ਼ਰ ਦੀ ਵਾਲੀ ਬੰਦਗੀ ਵਾਲੇ ਰਸਤੇ 'ਤੇ ਚੱਲਣਾ ਪਊਗਾ, ਅਤੇ ਨਾਮ ਦੇ ਨਾਲ ਨਿਸਤਾਰਾ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ ਆਪਾਂ। ਸਿਫਤ ਸਲਾਹਣ ਸਹਿਜ ਆਨੰਦ, ਇਹ ਸਿਫਤ ਸਲਾਹੁਣਾ ਪਰਮੇਸ਼ਰ ਦੀ ਭਗਤੀ ਸਹਿਜ ਅਵਸਥਾ 'ਤੇ ਲੈ ਜਾਂਦੀ ਹੈ, ਆਨੰਦ ਹੀ ਆਨੰਦ ਹੁੰਦਾ ਹੈ। ਸਖਾ ਸੈਨ ਪ੍ਰੇਮ ਗੋਬਿੰਦ, ਇਹਦਾ ਸਾਥੀ ਕੌਣ ਬਣ ਜਾਂਦਾ? ਸਖਾ ਤੇ ਸੈਨ ਕੌਣ ਆ ਸਾਥੀ? ਕਹਿੰਦਾ ਪ੍ਰੇਮ ਆ ਗੋਬਿੰਦ ਦਾ, ਨਾਲ ਨਾਲ ਸਾਥੀ ਪ੍ਰੇਮ, ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਹੋ ਜਾਏਗਾ। ਜਿਨ ਪ੍ਰੇਮ ਕਿਓ ਤਿਨੀ ਪ੍ਰਭ ਪਾਇਓ, ਮਾਲਕ ਪ੍ਰੇਮ ਦੇ ਨਾਲ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਆਪੇ ਕਰੇ ਆਪੇ ਬਖਸ਼ਿੰਦ, ਮਾਲਕ ਆਪ ਕਰਨ ਵਾਲਾ ਹੈ, ਆਪ ਹੀ ਬਖਸ਼ਿਸ਼ਾਂ ਕਰਨ ਵਾਲਾ, ਆਪ ਹੀ ਬਖਸ਼ਣ ਵਾਲਾ ਹੈ। ਮਾਲਕ ਥੋੜ੍ਹੀ ਨਾ ਦੇਖਦਾ ਹੈ ਵੀ ਕਿੰਨੇ ਕੁ ਔਗੁਣ ਹੈਗੇ ਆ, ਕਿੰਨੇ ਕੁ ਪਾਪ ਕੀਤੇ ਹੋਏ, ਮਾਲਕਾ ਮੇਰੇ ਪਾਪ ਬਖਤੇ। ਮਾਲਕ ਕਹਿੰਦਾ ਤੂੰ ਸਿੱਧਾ ਭਗਤੀ ਸ਼ੁਰੂ ਕਰ ਦੇ, ਉਸੇ ਵੇਲੇ ਤੇਰਾ ਸਾਰਾ ਮੈਂ ਬੈਕਲੌਗ ਖਤਮ ਕਰ ਦੇਣਾ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆ ਗਏ ਜਿੰਦ। ਰੱਖ ਤਾਂ ਤਨ ਤੇ ਮਨ ਦੇ ਅੱਗੇ, ਲਾ ਆਪਣਾ ਤਨ ਔਰ ਮਨ, ਜਿੰਦ ਰੱਖ ਅੱਗੇ ਮਾਲਕ ਪਰਮਾਤਮਾ ਦੇ, ਉਸੇ ਵੇਲੇ ਬਖਸ਼ਿਸ਼ ਕਰ ਦੇਗਾ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆ ਗਏ ਜਿੰਦ। ਝੂਠ ਵਿਕਾਰ ਮਹਾ ਦੁੱਖ ਦੇ, ਕਹਿੰਦੇ ਦੇਖ ਲਾ ਪਿਆਰਿਆ, ਜੇ ਝੂਠਾਂ ਦੇ ਲਏਗਾ, ਵਿਕਾਰ ਜਿਹੜੇ ਹੈਗੇ ਇਹਨਾਂ ਰਸਾਂ ਕਸਾਂ ਨੂੰ ਨਹੀਂ ਛੱਡੇਗਾ, ਤੇ ਮਹਾ ਦੁੱਖ ਆ ਤੇਰੇ ਸਰੀਰ ਨੂੰ। ਭੇਖ ਵਰਨ ਦਿਸੈ ਸਭ ਖੇ, ਔਰ ਜਿੰਨਾ ਵੀ ਭੇਖ ਦਿਸ ਰਿਹਾ, ਜਿੰਨੇ ਵੀ ਵਰਨ ਦਿਸ ਰਹੇ ਆ, ਜਿਹੜੇ ਹੈਗੇ ਆ, ਜੋ ਵੀ ਵਰਨ ਦਿਸ ਰਹੇ ਆ ਭਾਈ, ਕਹਿੰਦੇ ਸਾਰੇ ਦੇ ਸਾਰੇ ਖੇ ਹੈਗੇ, ਖੇ ਹੈਗੇ। ਭੇਖ ਵਰਨ ਦਿਸੈ ਸਭ ਖੇ, ਜੋ ਉਪਜੇ ਸੋ ਆਵੇ ਜਾਏ। ਜਿਹੜਾ ਵੀ ਪੈਦਾ ਹੋਇਆ ਆ ਉਹਨੇ ਨਸ਼ਟ ਹੋਣਾ ਹੈ, ਉਹਨੇ ਜਾਣਾ ਹੀ ਹੈਗਾ ਭਾਈ। ਜਿਹੜਾ ਆਇਆ ਉਹ ਜਾਏਗਾ, ਉਹ ਨਾਸ ਹੋਏਗਾ। ਨਾਨਕ ਅਸਥਿਰ ਨਾਮ ਰਜਾਏ। ਅਸਥਿਰ ਕੌਣ ਆ? ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੀ ਰਜ਼ਾ ਹੈਗੀ ਨਾਮ, ਜਿਹੜੇ ਨਾਮ ਦੇ ਵਿੱਚ ਜਿਹੜੇ ਹੈਗੇ ਲੱਗ ਗਏ, ਉਹ ਅਸਥਿਰ ਹੈਗੇ, ਕਿਉਂਕਿ ਮਾਲਕ ਅਸਥਿਰ ਹੈ। ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਅਸਥਿਰ ਹੈਗਾ, ਸੱਚ ਹੈਗਾ। ਆਸਾ ਮਹੱਲਾ ਪਹਿਲਾ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸ ਹੈ ਪਰਮਲ ਰੂਪ। ਉਜਲ ਮੋਤੀ ਚੂਗੇ ਹੰਸ, ਸਰਵ ਕਲਾ ਜਗਦੀਸ਼ ਸੇ ਅੰਸ। ਏਕੋ ਸਰਵਰ, ਕਿਹੜਾ ਸਰਵਰ ਹੈਗਾ? ਕੀ ਸਰਵਰ ਹੈਗਾ? ਸਰਵਰ ਹੈਗਾ ਭਾਈ ਇਹ ਸਾਧ ਸੰਗਤ, ਸਾਧ ਸੰਗਤ, ਸਤ ਸੰਗਤ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਏਕੋ ਸਰਵਰ ਕਮਲ ਅਨੂਪ, ਉਹਦੇ ਵਿੱਚ ਇੰਨੇ ਸੋਹਣੇ ਸੋਹਣੇ ਕਮਲ ਜਿਹੜੇ ਹੈਗੇ ਉਸ ਸਰੋਵਰ ਦੇ ਵਿੱਚ ਉਗਦੇ ਆ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੇ ਪਰਮਲ ਰੂਪ। ਇੰਨੇ ਖੇੜੇ ਦੇ ਵਿੱਚ ਖਿਲੇ ਹੋਏ, ਔਰ ਇੰਨੀ ਉਹਨਾਂ 'ਚੋਂ ਖੁਸ਼ਬੂ ਆਉਂਦੀ ਹੈ। ਅੰਦਰ ਮੁਸ਼ਕ ਚਕੋਲਿਆ ਸਭ ਜਨਮ ਧਨ ਧੰਨਾ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਊਜਲ ਮੋਤੀ ਚੁਗੇ ਹੰਸ।
ਹੰਸ ਜਿਹੜੇ ਹੈਗੇ ਆ ਮੋਤੀ ਚੁਗਦੇ ਆ, ਨਾਮ ਵਾਲੇ ਮੋਤੀ ਚੁਗਦੇ ਆ, ਨਾਮ ਦਾ ਭੋਜਨ ਖਾਂਦੇ ਆ। ਸਰਬ ਕਲਾ ਜਗਦੀਸ਼ ਸੇ ਅੰਸ਼, ਸਰਬ ਕਲਾ ਜਿਹੜੀ ਹੈਗੀ ਆ ਉਹ ਹੰਸ ਕੌਣ ਆ? ਕਹਿੰਦੇ ਜਗਦੀਸ਼ ਦੇ ਅੰਸ਼ ਹੈਗੇ, ਮਾਲਕ ਪਰਮਾਤਮਾ ਵਰਗੇ ਹੈਗੇ। ਉਸ ਸਰਬ ਕਲਾ ਉਸ ਮਾਲਕ ਪਰਮਾਤਮਾ ਦੇ ਜਿਹਦੇ ਕੋਲ ਸਾਰੀਆਂ ਕਲਾਵਾਂ ਹੈਗੀਆਂ, ਉਹਦਾ ਅੰਸ਼। ਜੋ ਦਿਸੈ ਸੋ ਉਪਜੈ ਬਿਨਸੈ, ਜੋ ਦਿਸ ਰਿਹਾ ਕਹਿੰਦੇ ਉਹਨੇ ਤਾਂ ਜਿਹੜਾ ਉਪਜਿਆ ਤੇ ਬਿਨਸਣਾ ਹੈ ਉਹਨੇ। ਬਿਨ ਜਲ ਸਰਵਰੇ ਕਮਲ ਨਾ ਦਿਸੈ, ਕਹਿੰਦੇ ਸਾਧ ਸੰਗਤ ਦੇ ਸਰੋਵਰ ਤੋਂ ਬਗੈਰ, ਇਸ ਜਲ ਤੋਂ ਬਗੈਰ ਕਮਲ ਨਹੀਂ ਦਿਸ ਸਕਦਾ ਪਾਏ, ਕਮਲ ਨਹੀਂ ਦਿਸ ਸਕਦਾ। ਰਹਾਓ ਇਸ ਸਾਧ ਸੰਗਤ ਤੋਂ ਬਗੈਰ ਕਹਿੰਦੇ ਆ, ਇਸ ਜਲ ਤੋਂ ਬਗੈਰ ਇਹ ਕਮਲ ਨਹੀਂ ਰਹਿ ਸਕਦਾ ਪਾਏ, ਪੈਦਾ ਹੀ ਨਹੀਂ ਹੋ ਸਕਦਾ। ਬਿਨ ਜਲ ਸਰਵਰੇ ਕਮਲ ਨਾ ਦਿਸੈ। ਰਹਾਓ ਉੱਥੇ ਤਾਂ ਡੱਡੂ ਹੀ ਰਹਿਣਗੇ ਪਾਏ, ਕਾਈ ਰਹੂਗੀ, ਡੱਡੂ ਰਹਿਣਗੇ। ਬਿਰਲਾ ਬੂਝੇ ਪਾਵੇ ਭੇਦ, ਸਾਖਾ ਤੀਨ ਕਰੈ ਨਿਤ ਵੇਦ। ਕਹਿੰਦੇ ਬਿਰਲਾ ਕੋਈ ਟਾਵਾਂ ਜਿਹੜਾ ਭੇਦ ਲੈਂਦਾ ਹੈ ਪਾਏ, ਸਾਧ ਸੰਗਤ ਵਾਲਾ, ਇਹ ਕਮਲ ਵਾਲਾ, ਇਹ ਸਰੋਵਰ। ਬਿਰਲਾ ਬੂਝੈ ਪਾਵੇ ਭੇਦ, ਬਿਰਲਾ ਕੋਈ ਬੁਝਦਾ ਹੈ, ਭੇਤ ਲੈ ਲੈਂਦਾ ਹੈ ਪਾਏ। ਸਾਖਾ ਤਿੰਨ ਸ਼ਾਖਾਵਾਂ ਹੈਗੀਆਂ, ਕਹੈ ਨਿਤ ਵੇਦ, ਗਿਆਨ ਕਹਿੰਦਾ ਹੈ, ਗੁਰੂ ਦਾ ਗਿਆਨ ਕਹਿੰਦਾ ਹੈ ਪਾਏ। ਸ਼ਾਖਾ ਤੀਨ ਕਹੈ ਨਿਤ ਵੇਦ, ਕਿਹੜੀਆਂ ਤਿੰਨ ਸ਼ਾਖਾ ਹੈਗੀਆਂ ਪਾਏ? ਤਿੰਨ ਸ਼ਾਖਾ ਹੈਗੀਆਂ ਦੇਖੋ, ਗਿਆਨ, ਧਿਆਨ, ਕਰਮ, ਐਕਸ਼ਨ। ਆਹੀ ਤਿੰਨ ਸ਼ਾਖਾ ਹੈਗੀਆਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਆ ਐਕਸ਼ਨ ਪਾਏ। ਸਾਖਾ ਤੀਨ ਕਹੈ ਨਿਤ ਵੇਦ, ਆ ਤਿੰਨ ਅੰਗ ਹੈਗੇ ਆ ਜਿਹਨੇ ਮਾਲਕ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ ਧਿਆਨ ਸਿਮਰਨ ਗਤੀ ਕਰਨੀ ਆ, ਤੇ ਆ ਗਿਆਨ ਧਿਆਨ ਤੇ ਐਕਸ਼ਨ। ਸ਼ਾਖਾ ਤੀਨ ਕਰੈ, ਐਕਸ਼ਨ ਮਤਲਬ ਕਰਮ ਸਹੀ ਹੋਣੇ ਚਾਹੀਦੇ ਆ, ਧਿਆਨ ਵੀ ਤਾਂ ਐਕਸ਼ਨ ਹੈਗਾ। ਸ਼ਾਖਾ ਤੀਨ, ਗਿਆਨ ਲੈਣਾ ਵੀ ਐਕਸ਼ਨ ਹੈਗਾ। ਸ਼ਾਖਾ ਤੀਨ ਕਹੈ ਨਿਤ ਵੇਦ, ਵੇਦ ਨਾਦ ਬਿੰਦ, ਨਾਦ ਬਿੰਦ ਕੀ ਸੁਰਤ ਸਮਾਏ। ਕਹਿੰਦੇ ਉਹ ਤਾਂ ਫਿਰ ਜਿਹੜਾ ਹੈਗਾ ਨਾਦ ਦੇ ਵਿੱਚ ਜਿਹੜਾ ਹੈਗਾ ਉਹਦੀ ਸੁਰਤ ਜਿਹੜੀ ਹੈਗੀ ਆ, ਸ਼ਬਦ ਸੁਰ, ਸ਼ਬਦ ਦੇ ਵਿੱਚ ਜਿਹੜੀ ਆ ਸਮਾ ਜਾਏਗੀ। ਸ਼ਬਦ ਸੁਰਤ ਦੀ ਖੇਡ ਹੋ ਜਾਏਗੀ, ਅਨਹਦ ਸ਼ਬਦ ਉਹਦੇ ਅੰਦਰ, ਨਾਦ ਚੱਲ ਪਏਗਾ ਉਹਦੇ ਅੰਦਰ, ਉਹਦੇ ਵਿੱਚ ਉਹਦੀ ਸੁਰਤ ਸਮਾ ਜਾਏਗੀ। ਸਤਿਗੁਰ ਸੇਵ ਪਰਮ ਪਦ ਪਾਏ, ਕਹਿੰਦੇ ਸਤਿਗੁਰ ਦੀ ਆਹੀ ਸੇਵਾ ਹੈ ਪਾਏ, ਔਰ ਸਭ ਤੋਂ ਉੱਚੀ ਅਵਸਥਾ ਚੌਥੇ ਪਦ 'ਚ ਪਹੁੰਚ ਜਾਏਗਾ, ਮੁਕਤ ਹੋ ਜਾਏਗਾ। ਮੁਕਤੋ ਰਾਤੋ ਰੰਗ ਰਵਾਤੋ, ਮੁਕਤ ਹੋ ਗਿਆ, ਰੱਤਿਆ ਗਿਆ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਗਿਆ। ਰਾਜਨ ਰਾਜ ਸਦਾ ਬਿਕਸਾਂਤੋ, ਕਹਿੰਦੇ ਉਹ ਰਾਜਿਆਂ ਦੇ ਰਾਜੇ ਦੇ ਵਿੱਚ ਹਮੇਸ਼ਾ ਉਹਦੇ ਨਾਲ ਬਿਕਸ ਗਿਆ, ਮਾਲਕ ਪਰਮਾਤਮਾ ਦੇ ਨਾਲ ਉਹਦੇ ਵਰਗਾ ਹੋ ਗਿਆ। ਜਿਸ ਤੂੰ ਰਾਖੇ ਕਿਰਪਾ ਤਾਰ, ਬੂੜਤ ਪਾਹਨ ਤਾਰੇ ਤਾਰ। ਬਸ ਆ ਮਾਲਕ ਦੀ ਕਿਰਪਾ ਹੈ, ਇਸ ਤਰ੍ਹਾਂ ਮਾਲਕ ਰੱਖਦਾ ਹੈ ਪਾਏ। ਜਿਸ ਤੂੰ ਰਾਖੇ ਕਿਰਪਾ ਤਾਰ, ਬੂੜਤ ਪਾਹਨ ਤਾਰੇ ਤਾਰ। ਔਰ ਪੱਥਰ ਵਰਗੇ ਜਿਹੜੇ ਹੈਗੇ ਸੰਸਾਰ ਸਮੁੰਦਰ 'ਚ ਡੁੱਬਦੇ ਹੋਏ ਜਿਹੜੇ ਆ, ਉਹਨਾਂ ਨੂੰ ਵੀ ਤਾਰ ਦਿੰਦਾ ਹੈ ਮਾਲਕ ਪਰਮਾਤਮਾ। ਆਹੀ ਮਾਲਕ ਪਰਮਾਤਮਾ ਦੀ ਖੇਡਿਆ ਪਾਏ, ਆਹੀ ਭੇਤ ਲੈਣਾ ਹੈ ਆਪਾਂ ਨੇ। ਸਾਧ ਸੰਗਤ ਜਿਹੜੇ ਹੈਗੇ, ਸਾਧ ਸੰਗਤ ਦੇ ਸਰੋਵਰ ਦੇ ਨੇੜੇ ਰਹਿਣਾ ਹੈ, ਉਹਨਾਂ ਤੋਂ ਆਪਾਂ ਨੇ ਜਿਹੜਾ ਹੈਗਾ ਸੰਗਤ ਕਰੀ ਜਾਣੀ ਆ, ਔਰ ਧਿਆਨ ਸਿਮਰਨ ਕਰਨਾ ਹੈ। ਨਾਮ ਵਾਲਾ ਮੋਤੀ ਚੁਗਣੇ ਆਪਾਂ ਨੇ। ਤਿਰਭਵਨ ਮੈਂ ਜੋਤ, ਤਿਰਭਵਨ ਮੈਂ ਜਾਣਿਆ, ਤਿਰਭਵਨ ਮੈਂ ਜੋਤ, ਤਿਰਭਵਨ ਮੈਂ ਜਾਣਿਆ। ਉਲਟ ਪਈ ਕਰ ਘਰ ਮੈਂ ਆਣਿਆ। ਕਮਾਲ ਹੋ ਗਈ, ਕਹਿੰਦੇ ਤਿਰਭਵਨ ਮੈਂ ਜੋਤ, ਧਰਤ ਪਤਾਲ ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਜੋਤ ਹੈ। ਤਿਰਭਵਨ ਮੈਂ ਜਾਣਿਆ, ਕਹਿੰਦੇ ਉਹਦੇ ਵਿੱਚ ਧਰਤ ਪਤਾਲ ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ ਤਿੰਨਾਂ ਭਵਨਾਂ 'ਚ ਜਾਣ ਲਿਆ। ਤਿਰਭਵਨ ਮੈਂ ਜੋਤ, ਤਿਰਭਵਨ ਮੈਂ ਜਾਣਿਆ। ਉਲਟ ਪਈ ਕਰ ਮੈਂ ਆਣਿਆ। ਕਹਿੰਦੀ ਐਸੀ ਉਲਟ ਹੋ ਗਈ, ਐਸੀ ਮਾਇਆ ਵੱਲੋਂ ਬਿਰਤੀ ਉਲਟ ਹੋ ਗਈ।
ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਕਹਿੰਦੇ ਉਹ ਮਾਲਕ ਪਰਮਾਤਮਾ ਆਪਣੇ ਘਰ ਦੇ ਵਿੱਚ ਹੀ ਲਿਆਂਦਾ ਉਹਨੂੰ। ਉਲਟ ਪਈ ਘਰ ਮੈਂ ਆਣਿਆ। ਉਹਦਾ ਮਾਲਕ ਪਰਮਾਤਮਾ ਤਿੰਨਾਂ ਭਾਵਨਾ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਨੂੰ ਆਪਣੇ ਘਰ ਦੇ ਵਿੱਚ ਲੈ ਆਂਦਾ, ਘਰ ਦੇ ਵਿੱਚ ਹੀ ਪ੍ਰਗਟ ਹੋ ਗਿਆ। ਤਿਰ ਭਵਨ ਮੈਂ ਜੋਤ, ਜਿਹਦੀ ਜੋਤ ਤਰਤ ਪਤਾਲ ਆਕਾਸ਼ ਦੇ ਵਿੱਚ ਹੈਗੀ ਆ। ਤਿਰ ਭਵਨ ਦੇ ਵਿੱਚ ਜਿਹੜਾ ਹੈਗਾ ਜਾਣਿਆ ਜਾਂਦਾ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਭਗਤੀ ਕਰਨ ਵਾਲੇ ਨੂੰ ਹਰ ਪਾਸੇ ਨਜ਼ਰ ਆਉਂਦਾ। ਉਲਟ ਪਈ ਕਹਿੰਦੇ ਮਾਇਆ ਵੱਲੋਂ ਉਹਦੀ ਬਿਰਤੀ ਉਲਟ ਹੋ ਗਈ। ਘਰ ਦੇ ਔਂਕੜ ਲੱਗੀ ਹੋਈ ਆ, ਘਰ ਮੈਂ ਆਣਿਆ। ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਆਪਣੇ ਘਰ ਦੇ ਵਿੱਚ ਹੀ ਲੈ ਆਂਦਾ ਪਾਏ। ਉਲਟ ਪਈ ਘਰ ਮੈਂ ਆਣਿਆ। ਮਾਲਕ ਪਰਮਾਤਮਾ ਦਾ ਘਰ ਆਪਣੇ ਘਰ ਦੇ ਵਿੱਚ ਲੈ ਆਂਦਾ। ਐਨਿਸ ਭਗਤ ਕਰੇ ਲਿਵ ਲਾਏ, ਰਾਤ ਦਿਨ ਭਗਤੀ ਕਰਦਾ, ਲਿਵ ਲੱਗੀ ਹੋਈ ਹੈ ਮਾਲਕ ਪਰਮਾਤਮਾ ਦੇ। ਨਾਨਕ ਤਿੰਨ ਬਲਿਹਾਰੇ ਤਿੰਨ ਕੇ ਲਾਗੇ ਪਾਏ। ਕਹਿੰਦੇ ਐਸੇ ਅਭਿਆਸੀਆਂ ਦੇ ਪਹਿਲੀ ਪਾਤਸ਼ਾਹੀ ਕੱਕੇ ਨੂੰ ਔਂਕੜ ਲਗਾ ਕੇ ਕਹਿ ਰਹੀ ਹੈ, ਮੈਂ ਤਾਂ ਐਸੇ ਅਭਿਆਸੀ ਜਿਹੜੇ ਹੈਗੇ, ਕਹਿੰਦੇ ਉਹਨਾਂ ਦੇ ਐਸੇ ਕਮਲ ਜਿਹੜੇ ਹੈਗੇ, ਉਹਨਾਂ ਦੇ ਪੈਰੀ ਪੈਣਾ, ਉਹਨਾਂ ਦੀ ਸੰਗਤ ਕਰਦਾ ਹੈ। ਆਸਾ ਮਹੱਲਾ ਪਹਿਲਾ। ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਲਾਗੀ ਮਹਿਲ ਮਿਟੈ ਸਚ ਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ। ਗੁਰਮਤਿ ਸਾਚੀ, ਕਹਿੰਦੇ ਗੁਰੂ ਦੀ ਮੱਤ ਸੱਚੀ ਹੈ ਪਿਆਰਿਓ, ਲੈ ਲਓ। ਆ ਗੁਰੂ ਦੀ ਮੱਤ ਆਪਾਂ ਕੀ ਕਰ ਰਹੇ ਹਾਂ, ਕੀ ਹੈਗੇ ਇਹ ਅੱਖਰ, ਕੀ ਹੈਗੇ, ਗੁਰੂ ਦੀ ਮੱਤ ਹੈਗੀ ਭਾਈ। ਜੋ ਇਹ ਕਹਿ ਰਹੇ ਅੱਖਰ, ਜੋ ਬੋਲ ਰਹੇ ਆ, ਇਹਨਾਂ ਨੂੰ ਆਪਾਂ ਧਾਰਨ ਕਰੀਏ, ਇਹਨਾਂ ਦੇ ਅਨੁਸਾਰ ਜਿਹੜਾ ਹੈ ਚੱਲ ਪਈਏ, ਐਕਸ਼ਨ ਕਰੀਏ ਇਹਨਾਂ ਦੇ ਅਨੁਸਾਰ। ਗੁਰਮਤਿ ਸਾਚੀ ਹੁਜਤ ਦੂਰ, ਇਹਦੇ ਨਾਲ ਕੀ ਹੋਏਗਾ, ਕਹਿੰਦੇ ਮਨ ਜਿਹੜਾ ਬਹੁਤ ਹੁਜਤਾਂ ਕਰਦਾ ਹੈ, ਬਹੁਤ ਜਿਹੜਾ ਹੈਗਾ ਮਨ ਯੁਕਤੀਆਂ ਨੂੰ ਕੱਢਦਾ ਹੈ ਆਪਣੀਆਂ। ਕਹਿੰਦੇ ਉਹ ਦੂਰ ਹੋ ਜਾਏਗੀ ਹੁਜਤ। ਮਨ ਜਿਹੜਾ ਹੈਗਾ ਪਤੰਦਰ ਮਨ ਮੰਨ ਜਾਏਗਾ। ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਲੈ, ਔਰ ਗੁਰੂ ਦੀ ਮੱਤ ਲੈ ਕੇ ਐਕਸ਼ਨ ਕਰ, ਤਾਂ ਇਹ ਮੈਲ ਜਿਹੜੀ ਲੱਗੀ ਹੋਈ ਹੈ, ਇਹ ਸਾਰੀ ਮੈਲ ਉਤਰ ਜਾਏਗੀ। ਮਨ ਜਿਹੜਾ ਹੈਗਾ ਮੰਨ ਜਾਏਗਾ ਪਤੰਦਰ। ਗੁਰਮਤਿ ਸਾਚੀ ਹੁਜਤ ਦੂਰ, ਤਾਂ ਹੁਜਤ ਦੂਰ ਹੋ ਜਾਏਗੀ। ਦਲੀਲਬਾਜ਼ੀ ਕਰਦਾ ਹੈ ਜਿਹੜਾ, ਬਹੁਤ ਸਿਆਣਪ ਲਾਗੈ ਤੂਰ, ਨਹੀਂ ਲਏਗਾ ਗੁਰੂ ਦੀ ਮੱਤ ਤੇ ਆਪਣੀ ਸਿਆਣਪਾਂ ਕੱਢੀ ਜਾਊਗਾ ਮਨ, ਤੇ ਮਿੱਟੀ ਤੈਨੂੰ ਮਿੱਟੀ 'ਚ ਹੀ ਮਿਲਾ ਦੇਣਾ ਇਹਨੇ। ਬਹੁਤ ਸਿਆਣਪ ਲਾਗੈ ਤੂਰ, ਮੈਲ ਲੱਗੀ ਜਾਣੀ ਹੈ। ਲਾਗੀ ਮੈਲ ਮਿਟੈ ਸਚ ਨਾਏ, ਜਿਹੜੀ ਮੈਲ ਲੱਗੀ ਹੋਈ ਹੈ ਪਿਆਰਿਆ, ਉਹ ਵੀ ਪਰਮੇਸ਼ਰ ਦੇ ਨਾਮ ਦੇ ਦੁਆਰਾ ਮਿਟ ਜਾਏਗੀ। ਗੁਰ ਪ੍ਰਸਾਦ ਰਹਿ ਲਿਵ ਲਾਏ, ਆਇਆ ਗੁਰੂ ਦਾ ਪ੍ਰਸਾਦ ਪਾਏ, ਗੁਰਮਤਿ ਲੈ ਲਓ, ਉਹਦੇ ਅਨੁਸਾਰ ਕਮਾਈ ਕਰ ਲਓ, ਜੋ ਗੁਰਮਤਿ ਕਹਿ ਰਹੀ ਹੈ। ਫਿਰ ਗੁਰੂ ਦਾ ਪ੍ਰਸਾਦ ਨਾਮ ਮਿਲ ਜਾਏਗਾ, ਲਿਵ ਲੱਗ ਜਾਏਗੀ। ਗੁਰ ਪ੍ਰਸਾਦ ਰਹਿ ਲਿਵ ਲਾਏ, ਹੈ ਹਜੂਰ ਹਾਜ਼ਰ ਅਰਦਾਸ। ਕਹਿੰਦੇ ਮਾਲਕ ਪਰਮਾਤਮਾ ਤਾਂ ਹਾਜ਼ਰ ਹੈਗਾ ਪਾਏ, ਹੈ ਹਜੂਰ, ਬਿਲਕੁਲ ਤੇਰੇ ਹਜੂਰੀ ਦੇ ਵਿੱਚ ਹੈ, ਤੇਰੇ ਨਾਲ ਹੈਗਾ, ਤੇਰੇ ਅੰਦਰ ਹੈਗਾ, ਤੇਰੇ ਅੰਗ ਸੰਗ ਹੈਗਾ, ਹਾਜ਼ਰ ਹੈਗਾ। ਅਰਦਾਸ ਕਰ ਉਸ ਮਾਲਕ ਦੇ ਕੋਲ, ਹੈ ਹਜੂਰ ਹਾਜ਼ਰ ਅਰਦਾਸ। ਕੀ ਚਾਹੀਦਾ ਤੈਨੂੰ, ਅਰਦਾਸ ਕਰ। ਦੁੱਖ ਸੁੱਖ ਸਾਚ ਕਰਤੇ ਪ੍ਰਭਾਸ, ਦੁੱਖ ਸੁੱਖ ਸੱਚ ਉਸ ਮਾਲਕ ਪਰਮਾਤਮਾ ਜਿਹੜਾ ਅਬਨਾਸੀ ਹੈਗਾ, ਉਹ ਕਰਤਾ ਹੈਗਾ, ਉਹਦੇ ਕੋਲ ਸਾਰਾ ਕੁਛ ਹੈਗਾ। ਤੂੰ ਦੁੱਖ ਮੰਗਦਾ ਹੈ, ਦੁੱਖ ਮੰਗ ਲਾ, ਸੁੱਖ ਮੰਗਦਾ ਹੈ, ਸੁੱਖ ਮੰਗ ਲਾ। ਰਹਾਓ ਕੂੜ ਕਮਾਵੇ ਆਵੇ ਜਾਏ, ਪਰ ਤੂੰ ਮੰਗਦਾ ਕੂੜ ਹੈਗਾ ਆ, ਇਹੀ ਕਮਾਈ, ਇਹਦੇ ਨਾਲ ਫਿਰ ਆਉਂਦਾ ਜਾਂਦਾ ਰਹਿਣਾ ਹੈ। ਕਹਿਣੇ ਕਥਨੇ ਵਾਰਾ ਨਹੀਂ ਆਵੇ, ਕੂੜ ਕਮਾਵੇ ਆਵੇ ਜਾਵੇ, ਕਹਿਣੇ ਕਥਨੇ ਵਾਰਾ ਨਹੀਂ ਆਵੇ। ਅਤੇ ਨਾ ਤੂੰ ਗੁਰੂ ਦੀ ਮੱਤ ਲੈਣਾ ਹੈ, ਆਪਣੀ ਮੱਤ ਦੇ ਵਿੱਚ ਤੂੰ ਕਿਸੇ ਨੂੰ ਗੇੜਾ ਨਹੀਂ ਖਾਣ ਦਿੰਦਾ, ਵਾਰੀ ਨਹੀਂ ਆਉਣ ਦਿੰਦਾ। ਤੇਰੇ ਕੋਲ ਇੰਨੀਆਂ ਜੁਗਤੀਆਂ, ਇੰਨੀਆਂ ਦਲੀਲਬਾਜ਼ੀਆਂ ਹੈਗੀਆਂ। ਕੂੜ ਕਮਾਵੇ ਆਵੇ ਜਾਏ, ਔਰ ਕਮਾਈ ਕੂੜ ਦੀ ਕਰ ਰਿਹਾ ਹੈ, ਤੇ ਆਉਂਦਾ ਜਾਂਦਾ ਰਹਿਣਾ ਹੈ। ਕਹਿਣੇ ਕਥਨੇ ਵਾਰਾ ਨਹੀਂ ਆਵੇ, ਤੂੰ ਵਾਰੀ ਆਉਣ ਹੀ ਨਹੀਂ ਦਿੰਦਾ ਗੱਲਾਂ ਬਾਤਾਂ ਦੇ ਨਾਲ। ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਕਹਿੰਦੇ ਕੀ ਦੇਖਾਂ, ਸੂਝ ਬੂਝ ਹੀ ਹੈ ਨਹੀਂ ਗੀ।
ਕੀ ਦੇਖਾਂ, ਕਹਿੰਦੇ ਕੀ ਦੇਖੇਗਾ ਦੱਸ। ਸੂਝ-ਬੂਝ ਨਾ ਪਾਵੈ, ਕੋਈ ਸੂਝ-ਬੂਝ ਨਹੀਂ ਹੈਗੀ। ਬਿਨ ਨਾਮੈ ਮਨੇ ਤ੍ਰਿਪਤ ਨਾ ਆਵੈ, ਨਾਮ ਤੋਂ ਬਗੈਰ ਮਨ ਦੇ ਵਿੱਚ ਸੈਟਿਸਫੈਕਸ਼ਨ, ਤ੍ਰਿਪਤੀ ਆਉਣੀ ਨਹੀਂ ਹੈ। ਜੋ ਜਨਮੈ ਸੋ ਰੋਗ ਵਿਆਪੈ, ਜਿਹੜਾ ਵੀ ਪੈਦਾ ਹੋਇਆ ਆ ਉਹ ਆਹੀ ਰੋਗ ਹੈ। ਇਹ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਰੋਗ ਜਿਹੜਾ ਵੀ ਪੈਦਾ ਹੋਇਆ ਹੈ ਇਸੇ ਰੋਗ ਦੇ ਨਾਲ ਪੈਦਾ ਹੋਇਆ ਹੈ। ਹਉਮੈ ਆ ਦੇਖੋ ਸਭ ਤੋਂ ਵੱਡਾ ਰੋਗ ਹੈ। ਹਉਮੈ ਰੋਗ ਮਾਨੁਕ ਕੋ ਦੀਨਾ, ਕਾਮ ਰੋਗ ਮੈਗਲ ਵਸ ਲੀਨਾ। ਜੋ ਜਨਮੈ ਸੋ ਰੋਗ ਵਿਆਪੈ, ਹਉਮੈ ਮਾਇਆ ਦੁੱਖ ਸੰਤਾਪੈ। ਮਾਇਆ ਦੇ ਦੁੱਖ ਦੇ ਵਿੱਚ ਸੰਤਾਪਦਾ ਹੈ, ਇਨਸਾਨ ਦੁਖੀ ਹੁੰਦਾ ਹੈ। ਸੇ ਜਨ ਬਾਂਚੇ ਜੋ ਪ੍ਰਭ ਰਾਖੇ, ਉਹ ਬਚ ਜਾਂਦੇ ਆ ਭਾਈ ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ ਪ੍ਰਭੂ ਰੱਖਦਾ ਹੈ। ਸੇ ਜਨ ਬਾਂਚੇ ਜੋ ਪ੍ਰਭ ਰਾਖੇ, ਹੁਣ ਪ੍ਰਭੂ ਨੇ ਰੱਖਿਆ, ਫਿਰ ਤਾਂ ਸਾਰੀ ਗੇਮ ਸਾਰਾ ਕੁਝ ਤਾਂ ਪ੍ਰਭੂ ਦਾ ਹੈ। ਫਿਰ ਸਾਨੂੰ ਲੇਖਾ ਕਿਉਂ ਲੈਣਾ, ਸਾਨੂੰ ਜੂਨਾਂ 'ਚ ਕਿਉਂ ਪਾਉਣਾ। ਜਿਹੜਾ ਬਚਣਾ ਚਾਹੁੰਦੇ ਆ ਭਾਈ, ਜਿਹੜੇ ਮਾਲਕ ਦੇ ਅੱਗੇ ਜਿਹੜੇ ਲਿਵਾਲੇ ਰਸਤੇ 'ਤੇ ਚੱਲਣਾ ਚਾਹੁੰਦੇ ਆ, ਉਹ ਜਿਹੜੇ ਹੈ ਧਿਆਨ ਸਿਮਰਨ ਕਰਦੇ ਉਹ ਬਚ ਜਾਂਦੇ ਆ, ਗੁਰੂ ਦੀ ਮੱਤ ਲੈਂਦੇ ਬਚ ਜਾਂਦੇ ਆ। ਨੈਕਸਟ ਲਾਈਨ ਕਲੈਰੀਫਾਈ ਕਰ ਰਹੀ ਹੈ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਆ ਬਚੇ ਆ ਭਾਈ। ਜੋ ਜਨਮੇ ਸੋ ਰੋਗ ਵਿਆਪੇ, ਜਿਹੜੇ ਪੈਦਾ ਹੋਏ ਆ ਰੋਗ, ਉਹਨਾਂ ਦੇ ਤਾਂ ਰੋਗ ਦੇ ਵਿੱਚ ਰੋਗ ਹੈਗਾ, ਉਹਨਾਂ ਦੇ ਹਉਮੈ ਰੋਗ ਮਾਇਆ ਦੁੱਖ ਸੰਤਾਪੇ, ਸੰਤਾਪ ਦੇ ਵਿੱਚ ਦੁੱਖ ਦੇ ਵਿੱਚ ਹੈਗੇ। ਸੇਜਨ ਬਾਂਛੇ ਜੋ ਪ੍ਰਭ ਰਾਖੇ, ਕਿਹੜੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ। ਚਲ ਤੋਂ ਮਨ ਰਾਖੈ ਅੰਮ੍ਰਿਤ ਚਾਖੈ, ਬਸ ਕਹਿੰਦੇ ਆ ਆਹੀ ਕਹਿੰਦੇ ਮਨ ਨੂੰ ਸਟੇਸ਼ਨਰੀ ਕਰਨਾ ਹੈ। ਬਸ ਇਹ ਚਾਬੀ ਮਨ ਦੀ ਕੱਢ ਲੈਣੀ ਹੈ, ਇਸ ਵਹੀਕਲ ਦੀ ਚਾਬੀ ਕੱਢ ਲੈਣੀ ਹੈ ਬਸ। ਸਤਿਗੁਰ ਮਨ ਚਲ ਤੋਂ ਮਨ ਰਾਖੈ ਅੰਮ੍ਰਿਤ ਚਾਖੈ, ਤਾਂ ਅੰਮ੍ਰਿਤ ਚਖਣ ਨੂੰ ਮਿਲੂਗਾ ਭਾਈ। ਮਨ ਜਿਹੜਾ ਵਿਚਾਰਾਂ ਦੇ ਵਿੱਚ ਹੈਗਾ, ਇਹਨੇ ਵਿਚਾਰਾਂ ਦਾ ਤਾਣਾ ਬਾਣਾ ਬੁਣੀ ਜਾਣਾ, ਇਸ ਨੂੰ ਬੁਣਨੋਂ ਹਟਾਉਣਾ ਹੈ, ਮਨ ਦੇ ਉੱਤੇ ਪਹਿਰਾ ਦੇਣਾ ਹੈ। ਇਹਦੇ ਅੰਦਰ ਜਿਹੜੇ ਪਤੰਗਾਂ ਆਉਂਦੀਆਂ ਹੈ ਵਿਚਾਰਾਂ ਦੀਆਂ, ਉਹਨਾਂ ਨੂੰ ਜਿਹੜਾ ਹੈਗਾ ਆਪਣੀ ਸੁਰਤ ਨਹੀਂ ਬੰਨਣ ਦੇਣੀ ਭਾਈ, ਸੁਰਤ ਦੀ ਡੋਰ ਨਹੀਂ ਉਹਨੂੰ ਬੰਨਣ ਦੇਣੀ। ਚਲ ਤੋਂ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਕਹਿੰਦੇ ਸਤਿਗੁਰੂ ਨੂੰ ਸੇਵ ਕੇ, ਸਤਿਗੁਰੂ ਦੀ ਸੇਵਾ ਕੀ, ਅੰਮ੍ਰਿਤ ਸ਼ਬਦ ਨੂੰ ਭਾਖਣਾ ਹੈ, ਬੋਲਣਾ ਹੈ। ਸਾਚੇ ਸ਼ਬਦੇ ਮੁਕਤ ਗਤ ਪਾਏ, ਔਰ ਫਿਰ ਅਨੰਤ ਸ਼ਬਦ ਤੇਰੇ ਅੰਦਰ ਸੱਚਾ ਸ਼ਬਦ ਪ੍ਰਗਟ ਹੋ ਜਾਏਗਾ, ਉਹਦੇ ਨਾਲ ਮੁਕਤੀ ਹੋ ਜਾਏਗੀ, ਉੱਚੀ ਅਵਸਥਾ ਪ੍ਰਾਪਤ ਹੋ ਜਾਏਗੀ, ਮੁਕਤੀ ਦੀ ਜੁਗਤੀ। ਸਾਚੇ ਸ਼ਬਦੇ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ, ਜਿਹਦੇ ਵਿੱਚੋਂ ਆਪ ਹਉਮੈ ਚਲੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹਉਮੈ ਜਾਂਦੀ ਹੈ। ਆਸਾ ਮਹਲਾ ਪਹਿਲਾ ਆਖਰੀ ਸ਼ਬਦ, ਜੋ ਤਿਨੇ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜੋ ਤਿਨੇ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜੋ ਤਿਨੇ ਕੀਆ, ਕਿਨੇ ਕੀਆ, ਉਸ ਮਾਲਕ ਪਰਮਾਤਮਾ ਨੇ ਕੀਤਾ। ਉਹ ਸੱਚ, ਸੋ ਸੱਚ ਥੀਆ, ਉਹ ਸੱਚ ਹੋ ਗਿਆ ਪਾਏ, ਉਹ ਨਿਕਲ ਗਿਆ ਖੇਡ ਤੋਂ। ਜੋ ਤਿਨੇ ਕੀਆ ਸੋ ਸੱਚ ਥੀਆ, ਉਹ ਮਾਲਕ ਨੇ ਜਿਹਨੂੰ ਆਪਣਾ ਬਣਾ ਲਿਆ ਉਹ ਸੱਚ ਹੋ ਗਿਆ, ਉਹਦਾ ਰੂਪ ਹੋ ਗਿਆ। ਅੰਮ੍ਰਿਤ ਨਾਮ ਸਤਿਗੁਰ ਦੀਆ, ਸਤਿਗੁਰੂ ਨੇ ਅੰਮ੍ਰਿਤ ਦਾ ਨਾਮ ਦੇ ਦਿੱਤਾ, ਉਹਦੇ ਅੰਦਰ ਅੰਮ੍ਰਿਤ ਦਾ ਰਸ ਆ ਗਿਆ, ਅਮਰ ਹੋ ਗਿਆ, ਉਹ ਮਾਲਕ ਪਰਮਾਤਮਾ ਦਾ ਰੂਪ ਹੋ ਗਿਆ। ਉਹ ਹਿਰਦੇ ਨਾਮ ਨਾਹੀ ਮਨ ਭੰਗ, ਕਹਿੰਦੇ ਹੋ ਹਿਰਦੇ ਤੇ ਨਾਮ ਹੈ ਉਹਦਾ, ਮਨ ਉਹਦਾ ਨਹੀਂ ਹੁਣ ਭੰਗ ਹੈਗਾ। ਮਾਲਕ ਪਰਮਾਤਮਾ ਦੇ ਨਾਲ ਉਹਦੇ ਰੰਗ ਦੇ ਵਿੱਚ ਰੰਗਿਆ ਹੋਇਆ, ਉਹਦੇ ਅੰਦਰ ਵਿਚਾਰ ਨਹੀਂ ਹੈਗੇ। ਅੰਧੇ ਨਾਲ ਪਿਆਰੇ ਸੰਗ, ਉਸ ਮਾਲਕ ਪਰਮਾਤਮਾ ਦੇ ਨਾਲ ਅਨਦਿਨ ਸੰਗਤ ਆ ਉਹਦੀ। ਹਰ ਜਿਉ ਰਾਖੋ ਆਪਣੀ ਸਰਣਾਈ, ਹੇ ਮੇਰੇ ਮਾਲਕਾ ਮੈਨੂੰ ਆਹ ਚੀਜ਼ ਦੇ। ਤੁਸੀਂ ਇੱਕ ਸ਼ਬਦ ਛੱਡ ਕੇ ਵਿੱਚੋਂ, ਕਿਹੜਾ 12 ਦੇ ਬਾਅਦ 13 ਆਉਣਾ ਸੀ। ਕਿੱਥੇ ਛੱਡ ਗਏ ਜੀ? ਹਾਂਜੀ ਕਿੱਥੇ ਛੱਡ ਗਿਆ ਸੀ? ਤਾਂ 13 ਸ਼ਬਦ ਨਹੀਂ, 12 ਦੇ ਬਾਅਦ 13 ਆਉਣਾ ਸੀਗਾ ਨਾ। 13 ਕੀਤਾ ਹੈ ਜੀ ਅਸੀਂ, ਹੁਣੇ ਤਾਂ ਕੀਤਾ। ਸਤਿਗੁਰ ਸੇਵ ਅੰਮ੍ਰਿਤ, ਨਹੀਂ ਉਸ ਤੇ ਅਗਲਾ ਤੇ ਇੱਕ ਛੱਡਿਆ, 14ਵਾਂ ਲੈ ਲਿਆ ਨਾ ਫਿਰ ਅਸੀਂ ਹੁਣ। ਜੋ ਤਿਨੇ ਕੀ, ਠੀਕ ਹੈ ਭੈਣ ਜੀ, ਠੀਕ ਹੈ।
ਬਿਲਕੁਲ ਚੰਗਾ ਵੀਰ ਜੀ, ਹਾਂ ਹਾਂ 14ਵੇਂ ਤੇ ਜਾ ਮੈਨੂੰ ਰਹੇ ਗਲਤੀ ਲੱਗ ਹਾਂ ਗਲਤੀ ਠੀਕ ਹੈ ਵੀਰ ਜੀ। ਕੋਈ ਨਹੀਂ ਕੋਈ ਨਹੀਂ। ਅੱਛਾ ਆਪਾਂ ਸੀਗੇ ਕਿੱਥੇ? ਜੋ ਤਿਨੇ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਹਿਰਦੇ ਨਾਮ ਨਾਹੀ ਮਨ ਭੰਗ, ਅੰਧਿਨ ਨਾਲ ਪਿਆਰੇ ਸੰਗ, ਹਰ ਜੀਉ ਰਾਖੋ ਆਪਣੀ ਸਰਣਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਤ ਪਾਈ ਰਹਾਓ। ਕਹਿੰਦੇ ਮਾਲਕਾ ਆਪਣੀ ਸ਼ਰਨ ਦੇ ਵਿੱਚ ਰੱਖ। ਮਾਲਕ ਦੀ ਸ਼ਰਨ ਦੇ ਵਿੱਚ ਕਿਵੇਂ ਹੈ? ਕਹਿੰਦੇ ਜਿਹੜਾ ਗੁਰੂ ਦਾ ਪ੍ਰਸਾਦ ਲੈਂਦਾ ਹੈ। ਗੁਰੂ ਦਾ ਪ੍ਰਸਾਦ ਕੌਣ ਲੈਂਦਾ? ਜਿਹੜਾ ਗੁਰੂ ਦੀ ਮੱਤ ਲੈਂਦਾ ਹੈ, ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ ਚੱਲਦਾ ਹੈ, ਉਹਨੂੰ ਫਿਰ ਅੰਮ੍ਰਿਤ ਰਸ ਮਿਲ ਜਾਂਦਾ ਹੈ। ਜਿਹਨੂੰ ਅੰਮ੍ਰਿਤ ਰਸ ਮਿਲ ਗਿਆ ਮਾਲਕ ਦੀ ਸ਼ਰਨ 'ਚ ਆ ਗਿਆ। ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਤ ਪਾਈ ਰਾਹੋ। ਉਹਨੇ ਤਾਂ ਨਾਮ ਪਦਾਰਥ ਲੈ ਲਿਆ। ਨਾਮ ਪਦਾਰਥ ਕੀ ਹੈ? 9 ਨਿਧੀਆਂ 18 ਸਿੱਧੀਆਂ। ਇੰਨਾ ਕੀਮਤੀ ਹੈਗਾ ਨਾਮ ਪਦਾਰਥ, ਸਭ ਤੋਂ ਕੀਮਤੀ ਪਦਾਰਥ ਅੰਮ੍ਰਿਤ ਰਸ। ਹਰ ਜੀਉ ਰਾਖੋ ਆਪਣੀ ਸਰਣਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਤ ਪਾਈ ਰਹਾਓ। ਕਰਮ ਧਰਮ ਸੱਚ ਸਾਚਾ ਨਾਉ। ਕਹਿੰਦੇ ਕਰਮ ਧਰਮ ਸੱਚ ਕੀ ਹੈ? ਕਹਿੰਦੇ ਸੱਚਾ ਨਾਮ। ਤਾਂ ਕਹਿ ਜਿਹਦੇ ਕੋਲ ਆਹ ਕਰਮ ਹੈ, ਆਹ ਧਰਮ ਹੈ ਪਾਏ, ਇਹਨੂੰ ਧਰਮ ਕਹਿ ਰਹੀ ਹੈ ਬਾਣੀ। ਕਰਮ ਧਰਮ ਸੱਚ, ਸੱਚ ਵੀ ਇਹੀ ਹੈ, ਸਾਚਾ ਨਾਉ। ਤਾਂ ਕਿ ਸਦ ਬਲਿਹਾਰੇ ਜਾਉ। ਕਹਿੰਦੇ ਉਹਦੇ ਤਾਂ ਮੈਂ ਹਮੇਸ਼ਾ ਬਲਿਹਾਰ ਜਾਣਾ ਹੈ। ਜੋ ਹਰ ਰਾਤੇ ਸੇ ਜਨ ਪ੍ਰਵਾਨ। ਇਸ ਤਰ੍ਹਾਂ ਇਹ ਹੈ ਰੱਤੇ ਹੋਏ ਭਗਤੀ ਦੇ ਵਿੱਚ। ਕਹਿੰਦੇ ਉਹ ਪ੍ਰਵਾਨ ਹੈ ਮਾਲਕ ਦੇ ਦਰ 'ਤੇ। ਤਿਨ ਕੀ ਸੰਗਤ ਪਰਮ ਨਿਦਾਨ। ਕਹਿੰਦੇ ਉਹਨਾਂ ਦੀ ਸੰਗਤ ਕਰ ਜਾ ਕੇ। ਸਭ ਤੋਂ ਜਿਹੜਾ ਹੈਗਾ ਕੀਮਤੀ ਹੈ ਉਹਨਾਂ ਦੀ ਸੰਗਤ। ਪਰਮ ਨਿਦਾਨ ਹਰ ਵਰ ਜਿਹਨੇ ਪਾਇਆ ਧਨ ਨਾਰੀ। ਜਿਸਨੇ ਉਹ ਮਾਲਕ ਪਰਮਾਤਮਾ ਜਿਹਦੇ ਅੰਦਰ ਹਿਰਦੇ 'ਚ ਪ੍ਰਗਟ ਹੋ ਗਿਆ, ਧਨ ਆ। ਕਹਿੰਦੇ ਉਹ ਜੀਵ ਇਸਤਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ। ਕਹਿੰਦੇ ਉਹ ਪਰਮੇਸ਼ਰ ਦੇ ਨਾਲ ਰੱਤੀ ਗਈ। ਉਹਨੇ ਸ਼ਬਦ ਨੂੰ ਵਿਚਾਰ ਲਿਆ, ਗੁਰੂ ਦੀ ਮੱਤ ਲੈ ਲਈ ਉਹਨੇ। ਆਪ ਤਰੇ ਸੰਗਤ ਕੁਲ ਤਾਰੀ। ਕਹਿੰਦੇ ਆਪ ਵੀ ਤਰ ਗਈ, ਸੰਗਤ ਵੀ ਤਾਰ ਦਊਗੀ। ਸਤਿਗੁਰ ਸੇਵ ਤਤ ਵਿਚਾਰੈ, ਆਪ ਤਰੈ ਸੰਗਤ ਕੁਲ ਤਾਰੈ। ਆਪ ਵੀ ਤਰ ਜਾਂਦਾ ਹੈ ਤੇ ਸੰਗਤ ਨੂੰ ਵੀ ਤਾਰ ਦਿੰਦਾ ਹੈ। ਸੰਗਤ ਕੁਲ ਤਾਰੇ, ਜਿਹੜੇ ਵੀ ਉਹਦਾ ਸੰਗ ਕਰਦੇ। ਸਤਿਗੁਰ ਸੇਵ ਤਤ ਵਿਚਾਰੈ। ਸਤਿਗੁਰੂ ਨੂੰ ਸੇਵ ਕੇ ਤਤ ਵਿਚਾਰ ਲਿਆ ਉਹਨੇ, ਤਤ ਵਸਤੂ ਲੈ ਲਈ। ਬਾਣੀ ਕੀ ਕਹਿ ਰਹੀ ਹੈ? ਤਤ ਵਸਤੂ ਕੀ ਹੈਗੀ? ਕੰਮ ਐਕਸ਼ਨ ਕਰਨਾ ਕੀ ਹੈਗਾ? ਹਮਰੀ ਜਾਤ ਪਤ ਸੱਚ ਨਾਉ। ਕਹਿੰਦੇ ਇਨਸਾਨ ਜਿਹੜਾ ਹੈਗਾ, ਸਾਡੀ ਜਾਤ ਔਰ ਪਤ ਜਿਹੜੀ ਇੱਜ਼ਤ, ਉੱਚੀ ਜਾਤ ਔਰ ਇੱਜ਼ਤ ਕੀ ਹੈ? ਕਹਿੰਦੇ ਨਾਮ ਹੈ ਪਰਮੇਸ਼ਰ ਦਾ। ਜਿਹੜਾ ਨਾਮ ਅਭਿਆਸ ਵੱਲ ਲੱਗ ਗਿਆ, ਜਿਹਦੇ ਅੰਦਰ ਸੱਚ ਪ੍ਰਗਟ ਹੋ ਗਿਆ, ਕਹਿੰਦੇ ਉਹਦੀ ਉੱਚੀ ਜਾਤ ਹੈ ਭਾਈ। ਉਹਦੀ ਪਤ ਹੈਗੀ ਲੋਕ ਪਰਲੋਕ ਦੇ ਵਿੱਚ। ਕਰਮ ਧਰਮ ਸੰਜਮ ਸਤ ਭਾਓ। ਕਰਮ ਧਰਮ ਸੰਜਮ ਕੀ ਹੈਗਾ ਭਾਈ? ਸਤ ਭਾਓ ਹੈਗਾ। ਪ੍ਰੇਮ, ਪਰਮਾਤਮਾ ਦੇ ਨਾਲ ਪ੍ਰੇਮ, ਔਰ ਜਿਹੜਾ ਹੈਗਾ ਆਪਣੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਸੱਚ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ ਲੱਗਣੀਆਂ। ਕਰਮ ਧਰਮ ਸੰਜਮ ਸਤ ਭਾਓ, ਨਾਨਕ ਬਖਸ਼ੇ ਪੂਛ ਨਾ ਹੋਏ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹਦੇ ਤੇ ਬਖਸ਼ਿਸ਼ ਕਰ ਦਿੰਦਾ ਹੈ। ਆਹ ਬਖਸ਼ਿਸ਼ ਹੈ, ਉੱਪਰ ਸਾਰਾ ਸ਼ਬਦ ਬਖਸ਼ਿਸ਼ ਦੱਸੀ ਹੈ ਮਾਲਕ ਮਹਾਰਾਜ ਨੇ। ਕਹਿੰਦੇ ਉਹਦੀ ਫਿਰ ਪੁੱਛ ਨਹੀਂ ਹੁੰਦੀ। ਉਹਦਾ ਕੋਈ ਲੇਖਾ ਨਹੀਂ ਲੈ ਸਕਦਾ ਭਾਈ। ਉਹਦੇ ਕੋਲੋਂ ਕੋਈ ਪੁੱਛ ਨਹੀਂ ਸਕਦਾ। ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੇ ਇੱਕ ਕੋ ਸੋਏ। ਕਿਉਂਕਿ ਉਹਨੇ ਦੂਜਾ ਮਿਟਾ ਦਿੱਤਾ ਹੈ। ਡੁਆਲਿਟੀ ਨਹੀਂ ਹੈ ਉਹਦੇ ਅੰਦਰ। ਉਹਦੇ ਅੰਦਰ ਇੱਕ ਮਾਲਕ ਪਰਮਾਤਮਾ, ਸਾਰਿਆਂ ਦੇ ਵਿੱਚ ਇਸ ਇੱਕ ਮਾਲਕ ਪਰਮਾਤਮਾ ਨੂੰ ਦੇਖਦਾ ਹੈ। ਜੀ 14 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਸਾਧ ਸੰਗਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦ ਕਰ ਦੇਵਾਂਗੇ ਮਾਈਕ। ਪਰਮਿੰਦਰ ਜੀ, ਤੁਹਾਡਾ ਮਾਈਕ
एक सेकंड जी, मैं बंद कर दें। हो गया। वाहे गुरु वाहे गुरु वाहे गुरु वाहे